देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਇਹ ਟਾਈਮ ਸੀਗਾ ਜਦੋਂ ਅਸੀਂ ਸ਼ੋਜ਼ ਤੇ ਜਾਣਾ ਸੀਗਾ, ਆਪਣੇ ਕੰਮ ਕਰਨੇ ਸੀ ਤੇ ਮਮ ਡੈਡ ਨੇ ਆਪਣਾ ਟਾਈਮ ਸਪੈਂਡ ਕਰਨਾ ਸੀ ਇਕੱਠੇ। ਬਹੁਤ ਜ਼ਿਆਦਾ ਇਕੱਲੇ ਹੋ ਗਿਆ ਮਮ। ਇਸ ਤਰ੍ਹਾਂ ਦੇ ਨੇਚਰ ਦਾ ਬੰਦਾ, ਇਸ ਤਰ੍ਹਾਂ ਦੀ ਖੁਸ਼ ਇੰਨੇ ਖੁਸ਼ ਤਬੀਅਤ ਇਨਸਾਨ ਚਲੇ ਜਾਣਾ ਜ਼ਿੰਦਗੀ ਦੇ ਵਿੱਚੋਂ, ਤੁਹਾਡੇ ਆਪਣੀਆਂ ਖੁਸ਼ੀਆਂ ਉਜੜ ਜਾਂਦੀਆਂ ਭਾਜੀ। ਪਹਿਲਾਂ ਸਟਾਰਟਿੰਗ 'ਚ ਕੋਵਿਡ ਹੋ ਗਿਆ ਸੀ, 24 ਦਸੰਬਰ ਨੂੰ ਕੋਵਿਡ ਪੋਜ਼ੀਟਿਵ ਆਇਆ, ਫਿਰ 9 ਨੂੰ ਉਹਨਾਂ ਦਾ 9 ਜਨਵਰੀ ਨੂੰ ਕੋਵਿਡ ਨੈਗੇਟਿਵ ਆ ਗਿਆ ਸੀ ਅਤੇ ਉਸ ਤੋਂ ਬਾਅਦ ਠੀਕ ਸੀਗੇ। ਬਟ ਪੋਸਟ ਕੋਵਿਡ ਕੰਪਲੀਕੇਸ਼ਨਸ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਡਾਇਬਟੀਜ਼ ਦੀ ਇਸ਼ੂ ਸੀਗੀ, 2-3 ਇਸ਼ੂਜ਼ ਹੋਰ ਸੀ। ਤੁਹਾਨੂੰ ਲੱਗਾ ਕਿ ਥੋੜੀ ਦੇਰੀ ਹੋ ਗਈ ਫੋਰਟਿਸ ਲੈ ਜਾਣ ਦੇ ਵਿੱਚ? ਰਿਗਰੈਟਸ ਤਾਂ ਭਾਜੀ ਸਾਰੀ ਉਮਰ ਰਹਿਣਗੇ। ਰਿਗਰੈਟ ਤਾਂ ਇਸ ਚੀਜ਼ ਦਾ ਸਭ ਤੋਂ ਵੱਡਾ ਰਹੂਗਾ ਮੈਨੂੰ ਕਿ ਮੈਂ ਸ਼ਾਇਦ ਉਹਨਾਂ ਟਾਈਮ ਨਾ ਸਪੈਂਡ ਕਰ ਪਾਇਆ ਹਾਂ। ਚਾਹੇ ਮੈਂ 24 ਘੰਟੇ ਸੀ, ਮੈਨੂੰ ਸੀ ਵੀ ਦਿਨ ਦੇ 24 ਤੇ ਕਿਤੇ 28 ਹੋ ਜਾਂਦੇ। ਇੱਦਾਂ ਦੇ ਰਿਗਰੈਟਸ ਰਹਿਣਗੇ ਜਿਹੜੇ ਓਬਵੀਅਸਲੀ ਕਦੇ ਚਾਹ ਕੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਸੀਗੇ। ਇਹ ਹੈਗਾ ਕਿ ਕੋਸ਼ਿਸ਼ ਜਿੰਨੀ ਕੀਤੀ ਉਨੀ ਥੋੜੀ ਸੀਗੀ। ਕਹਿੰਦੇ ਨਾ ਤੂੰ ਨਹੀਂ ਤੇ ਤੇਰੀਆਂ ਯਾਦਾਂ ਸੇ ਯਾਦਾਂ ਦੇ ਸਾਰੇ ਜੀ ਲਾਂਗੇ, ਸੋ ਜੀ ਰਹੇ ਹਾਂ ਭਾਜੀ। ਪਹਿਲੀ ਵਾਰ ਮੈਂ ਦੇਖਿਆ ਹੋਵੇਗਾ ਕਿ ਬੱਬੂ ਮਾਨ ਜੋ ਇੰਨੇ ਅੜਮ ਨੇ, ਉਹਨਾਂ ਨੂੰ ਮੈਂ ਰੋਂਦੇ ਹੋਏ ਵੇਖਿਆ ਔਰ ਮੈਨੂੰ ਇਹ ਵੀ ਪਤਾ ਕਿ ਉਹ ਬਾਬਾ ਕਹਿ ਕੇ ਸ਼ਾਇਦ ਸਰਦੂਲ ਸਾਹਿਬ ਨੂੰ ਬੁਲਾਉਂਦੇ ਸੀ। ਉਹ ਭਾਜੀ ਬਹੁਤ ਕੁਝ ਕਹਿੰਦੇ ਸੀ। ਉਹ ਆਪਣਾ ਪਿਓ ਵੀ ਮੰਨਦੇ ਸੀ, ਆਪਣਾ ਬਾਬਾ ਵੀ ਕਹਿੰਦੇ ਸੀ, ਆਪਣਾ ਯਾਰ ਵੀ ਮੰਨਦੇ ਸੀ, ਮੈਂਟਰ ਵੀ, ਗੁਰੂ ਵੀ, ਬਹੁਤ ਕੁਝ ਉਹ ਅੱਜ ਵੀ ਮੰਨਦੇ ਨੇ ਭਾਜੀ। ਅਤੇ ਉਹਨਾਂ ਦਾ ਜੋ ਹੱਕ ਸੀ ਉਹ ਕਹਿੰਦੇ ਰਹੇ। ਅਤੇ ਉਹ ਜੇ ਬਾਬਾ ਕਹਿੰਦੇ ਸੀ ਉਹ ਕਿਸੇ ਹੱਕ ਨਾਲ ਕਹਿੰਦੇ ਹੋਣੇ, ਉਹਨਾਂ ਦੇ ਦਿਲ 'ਚ ਕੋਈ ਫੀਲਿੰਗ ਹੋਣੀ। ਆਖਰੀ ਸ਼ਬਦ ਕੀ ਰਹੇ ਨੇ ਸਰਦੂਲ ਸਾਹਿਬ ਦੇ ਤੁਹਾਡੇ ਨਾਲ? ਮੇਰੇ ਨਾਲ ਭਾਜੀ ਇਹੀ ਸੀ, ਆਈ ਹੱਗਡ ਹਿਮ। ਮੈਂ ਦੱਸਿਆ ਵੀ ਕਈ ਵਾਰੀ ਹੁਣ ਦੱਸ ਚੁੱਕਿਆ ਇਸ ਸੀਰੀਜ਼, ਕਿਉਂਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਔਨ ਅ ਪੋਜ਼ੀਟਿਵ ਨੋਟ ਦੈਟ ਹੀ ਵੈਂਟ ਇਨ ਪੀਸ, ਪਤਾ ਹੋਵੇ ਸਭ ਨੂੰ। ਅਤੇ ਆਈ ਹੱਗਡ ਹਿਮ, ਆਈ ਟੋਲਡ ਹਿਮ, ਮੈਂ ਕਿ ਡੈਡ ਰਿਮੈਂਬਰ ਆਈ ਲਵ ਯੂ। ਤੁਸੀਂ ਬਿਲਕੁਲ ਐਨ ਜਜ਼ਬਾ ਰੱਖਣਾ, ਆਪਾਂ ਬਹੁਤ ਮਿਹਨਤ ਕੀਤੀ ਹੈ ਇਸ ਚੀਜ਼ 'ਤੇ, ਠੀਕ ਠਾਕ ਹੋਣਾ, ਆਈ ਲਵ ਯੂ। ਅਤੇ ਮੈਨੂੰ ਉਹਨਾਂ ਨੇ ਕਿਹਾ ਆਈ ਲਵ ਯੂ ਟੂ ਬੇਟਾ, ਐਂਡ ਦੈਟਸ ਸੈਡਲੀ ਮਾਈ ਲਾਸਟ ਵਰਡਸ ਵਿਦ ਹਿਮ। ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਸ਼ਰਮਾ। ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਸੁਰਾਂ ਦੇ ਸਿਕੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਯਾਨੀ ਕਿ ਜਨਾਬ ਸਰਦੂਲ ਸਿਕੰਦਰ। ਉਹਨਾਂ ਦਾ ਜੋ ਘਰ ਹੈ ਖੰਨਾ ਦੇ ਵਿੱਚ, ਉੱਥੇ ਅੱਜ ਇਸ ਵਕਤ ਮੈਂ ਮੌਜੂਦ ਹਾਂ ਅਤੇ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਛੋਟੇ ਬੇਟੇ ਆਲਾਪ ਸਿਕੰਦਰ। ਆਲਾਪ, ਮੈਨੂੰ ਸਮਝ ਨਹੀਂ ਆ ਰਿਹਾ ਕਿ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕਰਾਂ, ਕਿੱਥੋਂ ਕਰਾਂ। ਕਾਫੀ ਇਸ ਵਕਤ ਮਜ਼ਬੂਤ, ਸਟਰੋਂਗ ਤੁਸੀਂ ਬਣੇ ਹੋਏ ਹੋ, ਸ਼ਾਇਦ ਦੁਨੀਆ ਦੇ ਸਾਹਮਣੇ ਤੁਸੀਂ ਨਹੀਂ ਰੋ ਰਹੇ, ਅੰਦਰੋਂ ਅੰਦਰ ਰੋ ਰਹੇ ਹੋ। ਕੋਸ਼ਿਸ਼ ਕਰ ਰਿਹਾ ਭਾਜੀ। ਐਕਚੁਅਲੀ ਜਿੰਨੇ ਉਹਨਾਂ ਦੇ ਚਾਹੁਣ ਵਾਲੇ ਆਉਂਦੇ ਆ ਉਹ ਇਹੀ ਦੱਸ ਕੇ ਜਾਂਦੇ ਆ ਕਿ ਬੇਟਾ ਤੈਨੂੰ ਸਟਰੋਂਗ ਰਹਿਣਾ ਪੈਣਾ, ਬਿਕਾਜ਼ ਜਿਵੇਂ ਮੈਂ ਕਹਿੰਦਾ ਹੀ ਹਾਂ ਹਮੇਸ਼ਾ, ਇਹਨਾਂ ਦਾ ਤਾਂ ਮੰਮਾ ਦਾ ਤਾਂ ਪਿਆਰ ਪਾਪਾ ਨਾਲ ਐਗਜ਼ੈਂਪਲਰੀ ਪਿਆਰ ਸੀਗਾ। ਜਿਹੋ ਜਿਹੀਆਂ ਪੰਜਾਬੀ ਸਾਡੇ ਲੋਕ ਗਾਥਾ ਹੁੰਦੀਆਂ ਨੇ, ਸਾਡੇ ਪ੍ਰੇਮ ਕਹਾਣੀਆਂ ਹੁੰਦੀਆਂ ਨੇ, ਹੀਰ ਰਾਂਝੇ ਦੀਆਂ, ਸੱਸੀ ਪੁੰਨੂ, ਉੱਦਾਂ ਦੀਆਂ ਕਹਾਣੀਆਂ ਦੇ ਵਿੱਚ ਇਹਨਾਂ ਨਾਲ ਹੁਣ ਗਿਣਿਆ ਜਾਣਾ ਸ਼ੁਰੂ ਕਰਤਾ ਲੋਕਾਂ ਨੇ। ਅਤੇ ਉਹ ਫਿਰ ਪੇਨ ਬਹੁਤ ਹੁੰਦੀ ਆ ਸੋਚ ਕੇ ਵੀ ਯਾਰ, ਕਿਉਂਕਿ ਇਹ ਟਾਈਮ ਭਾਜੀ ਇੱਦਾਂ ਹੁੰਦਾ ਕਿ ਜੇ ਮੈਂ ਆਪਣੀ ਵੀ ਛੱਡ ਦੇਵਾਂ, ਬੱਚੇ ਵੀ ਕਿਸ ਤਰ੍ਹਾਂ ਸਟੇਬਲ ਹੋ ਜਾਂਦੇ ਆ, ਹੈ ਨਾ, ਪਾਰਟਨਰਸ ਆ ਜਾਂਦੇ ਆ, ਕੰਮ ਕਰ ਤੁਰ ਪੈਂਦੇ ਆ, ਕਿਤੇ ਨਾ ਕਿਤੇ ਥੋੜ੍ਹੇ ਜਿਹੇ ਸਟੇਬਲ ਹੋ ਜਾਂਦੇ ਆ ਬੱਚੇ। ਪਰ ਜਿਹੜਾ ਆਹ ਟਾਈਮ ਹੁੰਦਾ ਨਾ ਆਫਟਰ 50-60, ਇਹ ਤੁਹਾਡਾ ਪੇਰੈਂਟ ਜਿਹੜੇ ਤੁਹਾਡਾ ਪਾਰਟਨਰ ਦੇ ਨਾਲ ਟਾਈਮ ਸਪੈਂਡ ਕਰਨ ਵਾਲਾ ਟਾਈਮ ਹੁੰਦਾ। ਹੁਣ ਇਹ ਟਾਈਮ ਸੀਗਾ ਜਦੋਂ ਅਸੀਂ ਸ਼ੋਜ਼ ਤੇ ਜਾਣਾ ਸੀਗਾ, ਆਪਣੇ ਕੰਮ ਕਰਨੇ ਸੀ ਤੇ ਮਮ ਡੈਡ ਨੇ ਆਪਣਾ ਟਾਈਮ ਸਪੈਂਡ ਕਰਨਾ ਸੀ ਇਕੱਠੇ। ਬਹੁਤ ਜ਼ਿਆਦਾ ਇਕੱਲੇ ਹੋ ਗਿਆ ਮਮ। ਉਹ ਵੀ ਔਖਾ ਸੌਖਾ ਯਕੀਨ ਕਰ ਰਹੇ ਨੇ ਇਸ ਗੱਲ 'ਤੇ ਕਿ ਹੁਣ ਹੈ ਨਹੀਂ ਡੈਡ, ਬਟ ਨਹੀਂ ਹੁੰਦਾ ਭਾਜੀ ਯਕੀਨ, ਕੀ ਕਰੀਏ ਬਸ। ਰੱਬ ਨੇ ਬੇਰਹਿਮੀ ਨਹੀਂ ਕਰ ਦਿੱਤੀ? ਭਾਣਾ ਮੰਨਣਾ ਪੈਂਦਾ ਭਾਜੀ। ਗੁਰੂ ਸਾਹਿਬ ਨੇ, ਸਾਰੇ ਗੁਰੂ ਪੀਰਾਂ ਨੇ, ਫਕੀਰਾਂ ਨੇ, ਦੇਵੀ ਦੇਵਤਿਆਂ ਨੇ ਇਹੀ ਦੱਸਿਆ ਕਿ ਇਹ ਰੱਬ ਦਾ ਭਾਣਾ ਮੰਨਣਾ ਪੈਂਦਾ ਕਿ ਜਿਹੜਾ ਆਇਆ, ਪਾਪਾ ਹੀ ਕਹਿੰਦੇ ਹੁੰਦੇ ਸੀ, ਕਹਿੰਦੇ ਗਿਆ ਤਾਂ ਹੈ ਜਿਹੜਾ ਆਇਆ, ਪਰ ਇਹ ਥੋੜ੍ਹਾ ਪਤਾ ਸੀ ਕਿ ਇਹ ਸਾਰੀਆਂ ਇੰਪਲੀਮੈਂਟ ਪਾਪਾ 'ਤੇ ਕਰਨੀਆਂ ਪੈਣਗੀਆਂ ਚੀਜ਼ਾਂ। ਪਰ
ਇਹ ਨਹੀਂ ਪਤਾ ਭਾਜੀ ਹੁਣ ਮਾਲਕ ਦੀ ਇਹ 'ਚ ਕੀ ਰਜ਼ਾ ਸੀਗੀ, ਕਿੰਨੇ ਲੋਕਾਂ ਨੇ ਦੁਆਵਾਂ ਕੀਤੀਆਂ, ਕੌਣ ਨਹੀਂ ਸੀ ਜਿਹੜਾ ਦੁਆਵਾਂ ਕਰ ਰਿਹਾ ਸੀ। ਜੇ ਰੱਬ ਨੇ ਕਿਸੇ ਦੀ ਵੀ ਨਹੀਂ ਮੰਨੀ ਤਾਂ ਇਹਦੇ ਵਿੱਚ ਉਹਨਾਂ ਦੀ ਕੋਈ ਬਹੁਤ ਵੱਡੀ ਰਜ਼ਾ ਹੋਣੀ ਹੈ। ਮੈਂ ਇਹੀ ਕਹਿ ਸਕਦਾ ਕਿ ਹੈ ਤਾਂ ਧੱਕਾ ਹੀ ਆ, ਪਰ ਆਈ ਗੈਸ ਸਾਨੂੰ ਐਕਸੈਪਟ ਕਰਨਾ ਪੈਣਾ, ਕਿਉਂਕਿ ਜੇ ਐਕਸੈਪਟ ਨਾ ਕਰਾਂਗੇ ਡਿਨਾਇਲ 'ਚ ਜ਼ਿੰਦਗੀ ਨਹੀਂ ਜੀ ਜਾਂਦੀ ਭਾਜੀ। ਡਿਨਾਇਲ ਦੀ ਜ਼ਿੰਦਗੀ ਬਹੁਤ ਬੱਤਰ ਜ਼ਿੰਦਗੀ ਹੁੰਦੀ ਹੈ ਜੀ, ਅਤੇ ਐਕਸੈਪਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੌਲੀ ਹੌਲੀ। ਪਰਮਾਤਮਾ ਇੰਨਾ ਕੁ ਹੈ ਵੀ ਤੁਹਾਡੇ ਸਾਰਿਆਂ ਦੇ ਪਿਆਰ ਨਾਲ, ਤੁਹਾਡੀਆਂ ਦੁਆਵਾਂ ਨਾਲ ਇੰਨਾ ਕਿ ਹਿੰਮਤ ਦੇ ਦੇਵੇ ਕਿ ਉਹ ਐਕਸੈਪਟ ਹੋ ਜਾਵੇ। ਅਲਾਪ ਮੈਂ ਉਸ ਦਿਨ ਵੀ ਇੱਥੇ ਮੌਜੂਦ ਸੀਗਾ ਜਿਸ ਦਿਨ ਜਨਾਜ਼ਾ ਇੱਥੋਂ ਚੱਕਿਆ ਗਿਆ। ਮੈਂ ਦੇਖ ਰਿਹਾ ਸੀ ਤੁਸੀਂ ਮਾਸਟਰ ਸਲੀਮ ਨੂੰ ਕਹਿ ਰਹੇ ਸੀਗੇ ਕਿ ਹੰਝੂ ਨਹੀਂ ਅਸੀਂ ਨਾਲ ਭੇਜਣੇ, ਉਸ ਤੋਂ ਬਾਅਦ ਮੈਂ ਆਪ ਤੁਹਾਨੂੰ ਰੋਂਦੇ ਹੋਏ ਦੇਖਿਆ। ਭਾਜੀ ਲੋਕਾਂ ਨੂੰ ਸਮਝਾਉਂਦੇ ਆਪ ਰੋ ਪਈਦਾ, ਕਈ ਵਾਰ ਮੈਨੂੰ ਕੋਈ ਸਮਝਾਉਂਦਾ ਆਪ ਰੋ ਪੈਂਦਾ। ਮਤਲਬ ਤੁਸੀਂ ਹੁਣ ਸਪੈਸੀਫਿਕਲੀ ਸਲੀਮ ਮਾਮਾ ਜੀ ਦੀ ਗੱਲ ਕੀਤੀ ਆ, ਉਹਨਾਂ ਦਾ ਰਿਲੇਸ਼ਨਸ਼ਿਪ, ਜੇ ਮੈਂ ਉਹਨਾਂ ਦੇ ਇਕੱਲੇ ਰਿਲੇਸ਼ਨਸ਼ਿਪ ਦੀ ਗੱਲ ਕਰਾਂ, ਉਹ ਕਹਿੰਦੇ ਮੈਂ ਸਾਰੀ ਉਮਰ ਸੁਣਿਆ ਹੀ ਇਹਨਾਂ ਨੂੰ ਹੈ ਅਤੇ ਮੈਂ ਦੇਖਿਆ ਹੀ ਇਹਨਾਂ ਨੂੰ ਹੈ, ਮੈਂ ਸਮਝਿਆ ਹੀ ਇਹਨਾਂ ਨੂੰ ਹੈ। ਮਤਲਬ ਕਹਿੰਦੇ ਹਰ ਇੱਕ ਇਕੱਲੀ ਚੀਜ਼ ਇਹਨਾਂ ਦੀ, ਇਕੱਲਾ ਮੂਵਮੈਂਟ ਇਹਨਾਂ ਦੀ, ਇਕੱਲੀ ਕਈ ਗੱਲ ਜਿਹੜੀ ਹੈ ਉਹ, ਮਤਲਬ ਕਹਿੰਦੇ ਮੈਂ ਉਹਨੂੰ ਆਪਣੀ ਐਜ਼ ਅ ਮੈਂਟੋਰ ਇਹਨਾਂ ਨੂੰ ਆਪਣਾ ਮੰਨਿਆ, ਅਤੇ ਮੈਂ ਉਹਨਾਂ ਨੂੰ ਚੁੱਪ ਕਰਾਉਂਦਾ ਓਬਵੀਅਸਲੀ ਆਪ ਹੀ ਫੁੱਟ ਗਿਆ। ਪਰ ਥੋੜ੍ਹਾ ਭਾਜੀ ਇੱਕ ਦੂਸਰੇ ਨੂੰ ਵਰਾ ਕੇ ਰੋ ਲਈਦਾ। ਉਹ ਮੈਨੂੰ ਚੁੱਪ ਕਰਾਉਣ ਲੱਗਦੇ ਨੇ, ਉਹ ਰੋ ਪੈਂਦੇ ਨੇ, ਮੈਂ ਉਹਨਾਂ ਨੂੰ ਚੁੱਪ ਕਰਾਉਣ ਲੱਗਦਾ, ਮੈਂ ਰੋ ਪੈਂਦਾ, ਕਿਉਂਕਿ ਓਬਵੀਅਸਲੀ ਪੇਨ ਤਾਂ ਐਸੀ ਚੀਜ਼ ਹੈ ਭਾਜੀ, ਪੇਨ ਦੀ ਕੋਈ ਵੋਲੀਅਮ ਨਹੀਂ ਹੁੰਦੀ, ਨਾ ਕੋਈ ਫਿਕਸਡ ਯੂਨਿਟ ਹੁੰਦਾ, ਜਿਹਦੀ ਪੇਨ ਉਹ ਪੇਨ ਹੈ। ਹੁਣ ਆਪਾਂ ਗੱਲ ਸ਼ੇਅਰ ਕਰ ਰਹੇ ਸੀ ਤੁਹਾਡੇ ਨਾਲ, ਕਿੰਨਾ ਉੱਧਰ ਮੂਮੈਂਟ ਆਪਾਂ ਆਫਿਸ ਸਪੈਂਡ ਕੀਤੇ, ਇੱਥੇ ਸਪੈਂਡ ਕੀਤੇ, ਤੁਸੀਂ ਵੀਡੀਓਜ਼ ਕੀਤੀਆਂ ਹੈ ਨਾ, ਵੈਬ ਦੇ ਉੱਤੇ ਆਪਾਂ ਕਿੰਨੀਆਂ ਔਨਲਾਈਨ, ਤੁਸੀਂ ਕਿੰਨੀਆਂ ਇੰਟਰਵਿਊਜ਼ ਕੀਤੀਆਂ। ਮਤਲਬ ਕਿਆ ਖੁਸ਼ ਮਿਜਾਜ਼, ਮਤਲਬ ਕੈਸਾ ਉਹਨਾਂ ਦਾ ਨੇਚਰ ਕੈਸਾ ਸੀ, ਉਹ ਸਭ ਤੋਂ ਜ਼ਿਆਦਾ ਉਹ ਯਾਦ ਕਰਕੇ ਰੋਣਾ ਹੁੰਦਾ ਕਿ ਇਸ ਤਰ੍ਹਾਂ ਦੇ ਨੇਚਰ ਦਾ ਬੰਦਾ, ਇਸ ਤਰ੍ਹਾਂ ਜੀ ਖੁਸ਼, ਮਤਲਬ ਇੰਨੇ ਮਤਲਬ ਖੁਸ਼ ਤਬੀਅਤ ਇਨਸਾਨ ਚਲੇ ਜਾਣਾ ਜ਼ਿੰਦਗੀ ਦੇ ਵਿੱਚੋਂ, ਤੁਹਾਡੇ ਆਪਣੀਆਂ ਖੁਸ਼ੀਆਂ ਉਜੜ ਜਾਂਦੀਆਂ ਭਾਜੀ। ਤੁਸੀਂ ਯਕੀਨ ਨਹੀਂ ਮੰਨੋਗੇ, ਇਸ ਵਕਤ ਮੈਂ ਇਮੋਸ਼ਨਲ ਹਾਂ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਇੱਕ ਖਬਰ ਮੈਂ ਉਹਨਾਂ ਲਈ ਜੋ ਕੀਤੀ ਸੀ, ਵਿਰਾਟ ਕੋਹਲੀ ਨੇ ਗਾਣਾ ਸਾਂਝਾ ਕੀਤਾ ਸੀ, ਔਰ ਮੈਨੂੰ ਸਾਰੰਗ ਦੱਸ ਰਿਹਾ ਕਿ ਫਾਦਰ ਸਾਹਿਬ ਨੇ ਮੈਸੇਜ ਮੇਰੇ ਵਾਸਤੇ ਕਨਵੇ ਕੀਤਾ ਸੀ ਕਿ ਉਹਨੂੰ ਅੱਗੇ ਦੱਸੋ ਕਿ ਮੈਂ ਵੀ ਖਬਰ ਦੇਖੀ। ਬਿਲਕੁਲ, ਮੈਨੂੰ ਪਾਪਾ ਨੂੰ ਮੈਂ ਉੱਥੇ ਹਸਪੀਟਲ ਦੇ ਵਿੱਚ ਦਿਖਾਈ ਸੀ। ਇਹ ਬਹੁਤ ਖੂਬਸੂਰਤ ਗਾਣਾ ਸੀ। ਮੈਂ ਆਈ ਵਾਂਟ ਟੂ ਥੈਂਕ ਪ੍ਰੋਫੈਸੀ, ਹੀ ਇਜ਼ ਵਨ ਆਫ ਮਾਈ ਫੇਵਰਟ ਆਰਟਿਸਟਸ ਆਲਸੋ। ਮੇਰਾ ਬਹੁਤ ਅੱਛਾ ਅਤੇ ਖਾਸ ਦੋਸਤ ਹੈ, ਮੇਰਾ ਭਰਾ ਵੀ, ਉਹਨੇ ਮੈਨੂੰ ਬਹੁਤ ਹੌਸਲਾ ਦਿੱਤਾ ਇਸ ਟਾਈਮ 'ਚ। ਅਸੀਂ ਇਹ ਸੋਚਦੇ ਹੁੰਦੇ ਸੀ ਕਿ ਡੈਡ ਹੁਣ ਇੱਦਾਂ ਦੇ ਗਾਣੇ ਕਰਿਓ, ਇਹ ਬਹੁਤ ਲੋੜ ਹੈ ਇੰਡਸਟਰੀ ਦੇ ਵਿੱਚ। ਇੱਕ ਤੁਸੀਂ ਹੁਣ ਦੱਸਤਾ ਸਾਡੇ ਯੰਗ ਬੱਚਿਆਂ ਦੇ ਦਿਲ ਦੇ ਵਿੱਚ, ਜਿਹੜੇ ਹਾਲੇ ਬੱਚੇ ਹੌਲੀ ਹੌਲੀ ਮਿਊਜ਼ਿਕ ਐਕਸਪਲੋਰ ਕਰ ਰਹੇ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਤੁਹਾਡੀ ਅਹਿਮੀਅਤ ਕੀ ਹੈ, ਤੁਹਾਨੂੰ ਤੁਹਾਡਾ ਹੈਸੀਅਤ ਤੁਹਾਡੀ ਕੀ ਹੈ, ਉਹ ਵੀ ਹੁਣ ਹੌਲੀ ਹੌਲੀ ਐਕਸਪਲੋਰ ਕਰ ਰਹੇ ਤੁਹਾਨੂੰ ਅਤੇ ਸਮਝ ਰਹੇ ਆ ਤੁਹਾਨੂੰ, ਮਤਲਬ ਐਬਜ਼ੋਰਬ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਹਾਊ ਬਿਗ ਯੂ ਆਰ ਐਜ਼ ਅ ਲੈਜੈਂਡ, ਹੈ ਨਾ। ਅਤੇ ਮੈਂ ਕਿਹਾ ਡੈਡ ਹੁਣ ਇੱਦਾਂ ਦੇ ਗਾਣੇ ਕਰਨੇ ਆ ਤੁਸੀਂ, ਬਟ ਆਈ ਗੈਸ ਇਟ ਵਾਜ਼ ਨਾਟ ਇਨ ਹਿਜ਼ ਇਨ ਹਿਜ਼ ਪ੍ਰੈਮਿਸਿਸ, ਕਿ ਉਹਨਾਂ ਦੇ ਵਿੱਚ ਦਾਇਰੇ 'ਚ ਨਹੀਂ ਸੀ ਉਹ ਚੀਜ਼ ਕਿ ਮੈਂ ਜ਼ਿੰਦਗੀ ਇੰਨੀ ਕੁ ਜੀ ਸਕਾਂ ਅਤੇ ਮੈਂ ਇੰਨੇ ਗਾਣੇ ਗਾ ਸਕਾਂ, ਬਟ ਦੇ ਇੰਨਾ ਕੁਝ ਦਿੱਤਾ ਉਹਨਾਂ ਨੇ ਇੰਡਸਟਰੀ ਨੂੰ ਆਲਰੇਡੀ। ਬਟ ਆਈ ਰੀਲੀ ਵਾਂਟ ਟੂ ਥੈਂਕ ਪ੍ਰੋਫੈਸੀ, ਅਤੇ ਮੈਂ ਤੁਹਾਨੂੰ ਬਹੁਤ ਵੱਡਾ ਥੈਂਕ ਯੂ ਦਿੰਦਾ ਭਾਜੀ, ਤੁਸੀਂ ਉਹ ਕਵਰ ਕੀਤੀ ਚੀਜ਼। ਵਿਰਾਟ ਸਰ ਨੇ, ਵਿਰਾਟ ਕੋਹਲੀ ਜੀ ਸਾਡੇ ਟੀਮ ਦੇ ਕੈਪਟਨ ਨੇ, ਇੰਡੀਆ ਟੀਮ ਦੇ, ਉਹਨਾਂ ਨੇ ਇੰਨੇ ਪਿਆਰ ਨਾਲ ਉਹ ਟਵੀਟ ਪਾਈ, ਇੰਨਾ ਅਪਰੀਸ਼ੀਏਟ ਕੀਤਾ। ਇੱਥੋਂ ਭਾਜੀ ਕਮਾਈ ਪਤਾ ਲੱਗਦੀ ਹੈ, ਕਿੱਥੇ ਕੌਣ ਅਪਰੀਸ਼ੀਏਟ ਕਰਦਾ ਤੁਹਾਨੂੰ, ਕਦੋਂ ਉਹ ਕਮਾਈ ਪਤਾ ਲੱਗਦੀ ਹੈ। ਅਤੇ ਆਮ ਰੀਲੀ ਥੈਂਕਫੁਲ ਐਂਡ ਆਮ ਐਕਚੁਅਲੀ ਵਾਂਟਿੰਗ ਟੂ ਥੈਂਕ ਦੈਮ ਇਨ ਪਰਸਨ, ਜਿਹੜੇ ਨੇ ਮਤਲਬ ਇੰਨਾ ਪਿਆਰ ਉਸ ਟਾਈਮ ਦਿੱਤਾ, ਉਸ ਗਾਣੇ ਨੂੰ ਵੀ ਦਿੱਤਾ, ਬਿਕਾਜ਼ ਦੈਟਸ ਹਿਜ਼ ਲਾਸਟ ਸੌਂਗ, ਹੈ ਨਾ। ਉਹ ਪਾਪਾ ਦਾ ਆਖਰੀ ਸੌਂਗ ਆ, ਅਤੇ ਉਹਨੂੰ ਅਸੀਂ ਇੱਦਾਂ ਹੀ ਪਿਆਰ ਦਿੱਤਾ ਜਿਵੇਂ ਆਖਰੀ ਗਾਣਾ ਸੀਗਾ। ਅਲਾਪ ਜੇ ਮੈਂ ਗੱਲ ਕਰਾਂ ਕਿ ਕਿੰਨੇ ਕੁ ਚਿਰ ਤੋਂ ਬਿਮਾਰ ਚੱਲਦੇ ਸੀਗੇ, ਕਿਉਂਕਿ ਕੁਝ ਖਬਰਾਂ ਇਹ ਵੀ ਸਾਹਮਣੇ ਆਏ ਕਿ ਫੈਮਿਲੀ ਨੇ ਆਪ ਹੀ ਲੁਕਾ ਥੋੜ੍ਹਾ ਰੱਖਿਆ ਸੀਗਾ ਸੋ ਦੈਟ ਕਿ ਫੈਨਸ ਜ਼ਿਆਦਾ ਨਾ ਆਉਣ, ਡਾਕਟਰ ਨੇ ਵੀ ਮਨਾ ਕੀਤਾ ਹੋਇਆ ਸੀ। ਕਿੰਨੇ ਕੁ ਚਿਰ ਤੋਂ ਇਹ ਜ਼ਿਆਦਾ ਬਿਮਾਰ ਚੱਲਦੇ ਸੀ? ਭਾਜੀ ਕਿਉਂਕਿ ਕਲੈਰਿਟੀ ਦੀ ਬਹੁਤ ਲੋੜ ਪੈਂਦੀ ਹੈ, ਕਿਉਂਕਿ ਇੱਦਾਂ ਦੀ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਦੀ ਥੋੜ੍ਹੀ ਜਿਹੀ ਜਿਹੜੀ ਉਹ ਹੋ ਜਾਂਦੀ ਹੈ, ਰੂਮਰ ਜਲਦੀ ਫੈਲ ਜਾਂਦੇ ਹੈ ਨਾ। ਅਤੇ ਰੂਮਰ ਜਲਦੀ ਫੈਲਣ ਕਰਕੇ ਇਹ ਹੋ ਜਾਂਦਾ ਕਿ ਮੇਨਲੀ ਸਭ ਤੋਂ ਵੱਡਾ ਭੁਲੇਖਾ ਉਹਨਾਂ ਨੂੰ ਇਹ ਸੀਗਾ ਕਿ ਕਿਤੇ ਕੋਵਿਡ ਨਾ ਹੋ ਗਿਆ ਹੋਵੇ, ਕਿਤੇ ਇਹ ਨਾ ਹੋਇਆ ਹੋਵੇ, ਕਿਤੇ ਉਹ ਨਾ ਹੋਇਆ ਹੋਵੇ। ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਅਸੀਂ ਲੁਕੋ ਰੱਖ ਲਿਆ ਫੈਮਿਲੀ ਦਾ, ਜਾਂ ਹੈ ਨਾ ਫੈਮਿਲੀ ਨੇ ਲੁਕੋ ਰੱਖ ਲਿਆ, ਜਾਂ ਸਾਡੇ ਡਾਕਟਰਸ ਨੇ ਲੁਕੋ ਰੱਖ ਲਿਆ। ਐਕਚੁਅਲੀ ਮੇਨਲੀ ਸਾਨੂੰ ਇਹ ਡਰ ਸੀਗਾ, ਸਾਡੇ ਜਿੰਨੇ ਵੀ ਹਸਪੀਟਲ ਦੀਆਂ ਫੈਸਿਲਿਟੀ ਸੀਗੀਆਂ ਉਹ ਡਰਦੇ ਸੀ ਇਸ ਗੱਲ ਤੋਂ ਕਿ ਕਿਤੇ ਰਸ਼ ਨਾ ਹੋ ਜਾਵੇ, ਇੱਥੇ ਸਭ ਜਾਣੇ ਆ ਕੇ ਮਤਲਬ ਰਸ਼ ਨਾ ਹੋ ਜਾਵੇ, ਕਿਉਂਕਿ ਉਹਨਾਂ ਨੂੰ ਮਿਲਣ ਵਾਲੇ, ਉਹਨਾਂ ਦੇ ਚਾਹੁਣ ਵਾਲੇ ਇੰਨੇ ਸੀ, ਫੈਮਿਲੀ ਮੈਂਬਰਸ ਇੰਨੇ ਸੀਗੇ, ਇੰਨੇ ਸਾਰੇ ਉਹਨਾਂ ਦੇ ਜਿਹੜੇ ਫੈਮਿਲੀ ਫਰੈਂਡਸ ਇੰਨੇ ਸੀਗੇ। ਉਹਨਾਂ ਨੂੰ ਇਹੀ ਗੱਲ ਦਾ ਡਰ ਰਿਹਾ ਸਾਰੀ ਉਮਰ, ਵੀ ਡਾਕਟਰਸ ਨੂੰ ਵੀ ਇਸ ਗੱਲ ਦਾ ਡਰ ਰਿਹਾ ਅਮਿਤ ਭਾਜੀ ਕਿ ਕਿਤੇ ਇੰਨਾ ਰਸ਼ ਨਾ ਹੋ ਜਾਵੇ ਕਿ ਅਸੀਂ ਸਾਂਭ ਨਾ ਪਾਈਏ। ਸਾਨੂੰ ਇਹ ਡਰ ਸੀਗਾ ਕਿ ਉਹਨਾਂ ਸਭ ਦੇ ਮਤਲਬ ਦਿਲ ਦੇ ਵਿੱਚ ਇੱਦਾਂ ਨਾ ਹੋ ਜਾਵੇ ਕਿ
ਪਤਾ ਨਹੀਂ ਕੀ ਹੋ ਗਿਆ ਵੀ ਸਾਨੂੰ ਮਿਲਾ ਨਹੀਂ ਰਹੇ। ਜਿਵੇਂ ਮੈਂ ਦੱਸਿਆ ਹੀ ਸੀਗਾ ਪਹਿਲਾਂ ਸਟਾਰਟਿੰਗ 'ਚ ਕੋਵਿਡ ਹੋ ਗਿਆ ਸੀ, 24 ਦਸੰਬਰ ਨੂੰ ਕੋਵਿਡ ਪੋਜ਼ੀਟਿਵ ਆਇਆ, ਫਿਰ 9 ਨੂੰ ਉਹਨਾਂ ਦਾ 9 ਜਨਵਰੀ ਨੂੰ ਕੋਵਿਡ ਨੈਗੇਟਿਵ ਆ ਗਿਆ ਸੀ ਤੇ ਉਸ ਤੋਂ ਬਾਅਦ ਠੀਕ ਸੀਗੇ। ਬਟ ਪੋਸਟ ਕੋਵਿਡ ਕੰਪਲਿਕੇਸ਼ਨਸ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਦੀ ਡਾਇਬੀਟੀਜ਼ ਦੀ ਇਸ਼ੂ ਸੀਗੀ, 2-3 ਇਸ਼ੂਜ਼ ਹੋਰ ਸੀ, ਕਿਡਨੀ ਟ੍ਰਾਂਸਪਲਾਂਟ ਇਸ਼ੂ ਕਰਕੇ ਥੋੜੀ ਜਿਹੀ ਇਮਿਊਨਿਟੀ ਘਟੀ ਹੋਈ ਸੀਗੀ, ਦਵਾਈਆਂ ਨਾਲ ਘਟਾਈ ਹੋਈ ਸੀ ਤਾਂ ਕਿ ਆਰਗਨ ਰਿਜੈਕਟ ਨਾ ਹੋਵੇ। ਉਹ ਚੀਜ਼ਾਂ ਥੋੜੀ ਜੀਆਂ ਡਿਕਲਾਈਨ ਪੀਰੀਅਡ ਵੱਲ ਹੈਗੀਆਂ, ਇਹਨਾਂ ਨੂੰ ਥੋੜਾ ਜਿਹਾ ਸਿਹਤ ਇਹਨਾਂ ਦੀ ਆਲਮੋਸਟ 2 ਮਹੀਨੇ ਤੋਂ ਕਹਿ ਸਕਦੇ ਹਾਂ ਆਪਾਂ ਦਸੰਬਰ ਤੋਂ ਹੀ ਖਰਾਬ ਸੀ। ਇਹ ਬਹੁਤ ਸਾਹਮਣੇ ਗੱਲਾਂ ਆ ਰਹੀਆਂ ਕਿ ਇਹਨਾਂ ਨੂੰ ਜੀ ਕਰੋਨਾ ਹੋ ਗਿਆ ਤਾਂ ਕਰਕੇ ਦੁਨੀਆ ਤੋਂ ਰੁਖਸਤ ਹੋ ਗਈ, ਇਹਦੇ ਤੇ ਕਲੈਰੀਫਿਕੇਸ਼ਨ ਵੀ ਥੋੜੀ ਚਾਹੁੰਦੇ ਆ। ਕਲੈਰੀਫਿਕੇਸ਼ਨ ਭਾਜੀ ਮੈਂ ਇਹੀ ਦੱਸਣਾ ਚਾਹੁੰਦਾ ਕਿ ਕਰੋਨਾ ਹੋਇਆ ਸੀ, ਬਟ ਉਹ ਕਰੋਨਾ ਇਦਾਂ ਨਹੀਂ ਸੀਗਾ ਕਿ ਉਹ ਮਤਲਬ ਐਂਡ ਟਾਈਮ ਤੱਕ ਇਹਨਾਂ ਦਾ ਪੋਜ਼ੀਟਿਵ ਸੀਗਾ। ਕਰੋਨਾ ਇਹਨਾਂ ਨੂੰ 24 ਦਸੰਬਰ ਨੂੰ ਹੋਇਆ ਐਂਡ 9th ਦਸੰਬਰ ਨੂੰ ਇਹਨਾਂ ਦਾ ਕਰੋਨਾ ਜਿਹੜਾ ਨੈਗੇਟਿਵ ਆ ਗਿਆ ਸੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੁਝ ਹਸਪੀਟਲਸ ਤੋਂ ਬਾਅਦ ਜਦੋਂ ਸਾਨੂੰ ਸਮਝ ਨਾ ਆਇਆ ਕਿ ਜਿਹੜੀ ਇਹਨਾਂ ਦੀ ਚੈਸਟ ਦੀ ਰਿਕੁਆਇਰਮੈਂਟ ਹੈ ਉਹ ਕਿਉਂ ਇੰਨੀ ਆਕਸੀਜਨ ਦੀ ਵੱਧ ਰਹੀ ਹੈ, ਡਾਕਟਰਸ ਨੇ ਵੀ ਸਾਨੂੰ ਫਿਗਰ ਆਊਟ ਕਰਨ ਨੂੰ ਕਿਹਾ। ਕੁਝ ਹਸਪੀਟਲਸ ਤੋਂ ਅਸੀਂ ਅੱਗੇ ਫਿਰ ਫੋਰਟਿਸ ਹਸਪੀਟਲ ਮੋਹਾਲੀ ਮੂਵ ਕੀਤਾ। ਉੱਥੇ ਡਾਕਟਰ ਸਾਹਿਬ ਡਾਕਟਰ ਮੰਡਲ ਇਜ਼ ਅ ਗ੍ਰੇਟ ਪਲਮਨਰੀ ਡਾਕਟਰ ਐਂਡ ਹੀ ਇਜ਼ ਵਨ ਆਫ ਦ ਫਾਈਨੈਸਟ ਆਈਵ ਮੈਟ। ਤੇ ਉਹਨਾਂ ਨੇ ਸਾਰਾ ਕੇਸ ਸਮਝਿਆ, ਸਾਰੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਸਮਝਣ ਦੀ, ਤੇ ਕਾਫੀ ਹੱਦ ਤੱਕ ਠੀਕ ਵੀ ਹੋ ਗਏ ਸੀਗੇ ਉੱਥੇ ਜਾ ਕੇ। ਐਂਡ ਜਿਹੜੀ ਉਹਨਾਂ ਦੀ ਹਾਈ ਫਲੋ ਮਸ਼ੀਨ ਸੀਗੀ ਉਹ ਵੀ ਉਤਰ ਗਈ ਸੀ ਆਕਸੀਜਨ ਦੀ, ਨਾਰਮਲ ਨੇਜ਼ ਤੇ ਪ੍ਰੋਂਗਸ ਤੇ ਜਾਂ ਨਾਰਮਲ ਮਾਸ ਤੇ ਆਕਸੀਜਨ ਲੈਣ ਲੱਗ ਗਏ ਸੀਗੇ, ਤੇ ਹੋਰ ਵੀ ਚੀਜ਼ਾਂ ਉਹਨਾਂ ਦੀ ਕਾਫੀ ਕੰਟਰੋਲ ਹੋ ਗਈਆਂ ਸੀਗੀਆਂ। ਪ੍ਰੋਬਲਮ ਇਹ ਸੀ ਭਾਜੀ ਜਿਸ ਟਾਈਮ ਅਸੀਂ ਡਿਸਚਾਰਜ ਦਾ ਪਲਾਨ ਕਰ ਰਹੇ ਸੀ, ਡਾਕਟਰ ਸਾਹਿਬ ਵੀ ਆਪਾਂ ਹੁਣ ਇੰਨੇ ਦਿਨਾਂ 'ਚ ਤੁਹਾਨੂੰ ਡਿਸਚਾਰਜ ਕਰਨ ਦਾ ਸੋਚ ਰਹੇ ਹਾਂ, ਹੋਪਫੁਲੀ ਆਪਾਂ ਜਲਦੀ ਤੋਂ ਜਲਦੀ ਜਿਹੜਾ ਤੁਹਾਨੂੰ ਰਿਕਵਰ ਕਰ ਦਈਏ। ਤੁਸੀਂ ਘਰੇ ਜਾ ਕੇ ਹੋਮ ਕੇਅਰ ਦੀ ਵੀ ਗੱਲ ਹੋ ਗਈ ਸੀ ਸਾਰੀ ਵੀ ਇੱਥੇ ਜਿਹੜਾ 15-20 ਦਿਨ ਹੋਮ ਕੇਅਰ ਕਰਨੀ ਹੈ, ਜਿੱਦਾਂ ਵੀ ਕਰਨੀ ਹੈ, ਨਰਸਿਸ ਜਾਂ ਇੰਨੇ ਸਟਾਫ ਜਿਹੜਾ ਹੈਗਾ ਉਸ ਭਾਜੀ ਆਬਜ਼ਰਵੇਸ਼ਨ ਦੇ ਦੌਰਾਨ ਨਾ, ਕਿਉਂਕਿ ਉਹ 48 ਘੰਟੇ ਆਬਜ਼ਰਵ ਕਰਦੇ ਆ ਡਾਕਟਰਸ ਵੀ, ਕੋਈ ਹੋਰ ਪ੍ਰੋਬਲਮ ਨਾ ਆਵੇ ਅੱਗੇ ਅਸੀਂ ਡਿਸਚਾਰਜ ਕਰਨਾ। 48 ਘੰਟੇ ਦੇ ਵਿੱਚ ਦੁਬਾਰਾ ਫੀਵਰ ਸਪਾਈਕ ਆਇਆ ਤੇ ਉਹ ਤੋਂ ਬਾਅਦ ਇਨਫੈਕਸ਼ਨ ਦੁਬਾਰਾ ਆਉਣ ਲੱਗੀ ਵਾਪਸ, ਤੇ ਉਹ ਇਨਫੈਕਸ਼ਨ ਫੰਗਸ ਦੀ ਇਨਫੈਕਸ਼ਨ ਸੀਗੀ। ਯੂਜੂਅਲੀ ਫੰਗਲ ਇਨਫੈਕਸ਼ਨ ਉਹ ਹੋ ਹੀ ਜਾਂਦੀ ਹੈ, ਆਟੋ ਇਮਿਊਨ ਡਿਜ਼ੀਜ਼ਸ ਜਾਂ ਇਮਿਊਨੋ ਕੰਪਰੋਮਾਈਜ਼ ਪੇਸ਼ੈਂਟਸ ਨੂੰ ਹੋ ਜਾਂਦੀਆਂ ਨੇ, ਤੇ ਉਹ ਕਿਸ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ ਉਹਦੀ ਅਲੱਗ-ਅਲੱਗ ਸਟੱਡੀਜ਼ ਆ, ਉਹ ਸਾਰੇ ਮੈਡੀਕਲ ਪ੍ਰੋਫੈਸ਼ਨਲ ਜਾਣਦੇ ਆ। ਤੇ ਇਹਨਾਂ ਦੀ ਜਿਹੜੀ ਇਨਫੈਕਸ਼ਨ ਸੀਗੀ ਇਹ ਜ਼ਿਆਦਾ ਲੀਥਲ ਸੀਗੀ। ਸੋ ਇੱਕ ਵਾਰੀ ਨੈਗੇਟਿਵ ਆਉਣ ਤੋਂ ਬਾਅਦ ਜਿਹੜੀ ਦੁਬਾਰਾ ਇਹ ਵਾਪਸ ਪੋਜ਼ੀਟਿਵ ਫੰਗਲ ਇਨਫੈਕਸ਼ਨ ਆ ਗਈ, ਇਹਦੇ ਕਰਕੇ ਜ਼ਿਆਦਾ ਕੰਮ ਖਰਾਬ ਹੋਇਆ। ਅਦਰਵਾਈਜ਼ ਪ੍ਰੋਗਰੈਸਿਵ ਟ੍ਰੈਂਡ ਵੱਲ ਜਾਂਦੇ ਜਾਂਦੇ ਫਿਰ ਇਹ ਡਾਊਨ ਟ੍ਰੈਂਡ ਸ਼ੁਰੂ ਹੋ ਗਈ ਸੀ। ਯਾਨੀ ਕਿ ਕਰੋਨਾ ਕਰਕੇ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਆਪਾਂ ਕਰੋਨਾ ਹੋਣ ਤੋਂ ਬਾਅਦ ਜਿਹੜੇ ਇਹਨਾਂ ਦੇ ਕੰਪਲਿਕੇਸ਼ਨਸ ਆਈਆਂ ਉਹਦੇ ਕਰਕੇ ਹੋਇਆ ਜੋ ਹੋਇਆ। ਇਸੇ ਕਰਕੇ ਆਈ ਵਾਂਟ ਟੂ ਮੇਕ ਇਟ ਕਲੀਅਰ ਕਿ ਬਹੁਤ ਤਰ੍ਹਾਂ ਦੇ ਹੋਰ ਵੀ ਟ੍ਰੈਂਡਸ ਆ ਰਹੇ ਕਰੋਨਾ ਦੇ, ਹੈ ਜੋ ਹੈਗਾ ਹੈ, ਕੰਸਪੀਰੇਸੀ ਥਿਊਰੀਜ਼ ਨਹੀਂ ਹੈਗੀਆਂ ਜੀ। ਜਿਵੇਂ ਵੀ ਹੈ, ਜਿੱਦਾਂ ਦਾ ਵੀ ਵਾਇਰਸ ਹੈਗਾ ਤੇ ਜਾਨਾਂ ਲੈ ਰਿਹਾ ਹੈ, ਸਾਡੀ ਆਪਣੀ ਜਾਨ ਸਾਡੇ ਮਤਲਬ ਫੈਮਿਲੀ 'ਚੋਂ ਗਈ ਹੈ, ਚਾਹੇ ਉਹ ਕੋਵਿਡ ਨੈਗੇਟਿਵ ਦੌਰਾਨ ਉਹਨਾਂ ਦੀ ਹੋਈ ਹੈ, ਬਟ ਉਹ ਕੰਪਲਿਕੇਸ਼ਨਸ ਉਹਨਾਂ ਦੀ ਚੈਸਟ ਦੀਆਂ ਖਰਾਬ ਕੋਵਿਡ ਕਰਕੇ ਹੀ ਹੋਈਆਂ ਸੀਗੀਆਂ। ਕਿਉਂਕਿ ਕਾਫੀ ਬੰਦਿਆਂ ਨੂੰ ਇਹ ਸੀਗਾ ਕਿ ਸ਼ਾਇਦ ਕੋਵਿਡ ਉਦੋਂ ਵੀ ਸੀਗਾ ਤਾਂ ਡੈਥ ਹੋਈ ਹੈ, ਬਟ ਤੁਹਾਨੂੰ ਮੈਂ ਦੱਸਣਾ ਹੀ ਸੀਗਾ ਕਿਉਂਕਿ ਅਥਾਰਟੀਜ਼ ਸਾਨੂੰ ਬੋਡੀ ਨਾਲ ਕਲੇਮ ਕਰਨ ਦਿੰਦੀਆਂ, ਫੈਮਿਲੀ ਨੂੰ ਮਿਲਣ ਨਾ ਦਿੰਦੀਆਂ। ਮੈਂ ਤਾਂ ਲਾਸਟ ਨਾਈਟ ਤੱਕ ਪਾਪਾ ਦੇ ਨਾਲ ਸੀ, ਤੁਹਾਨੂੰ ਮੈਂ ਦੱਸ ਰਿਹਾ, ਨੈਕਸਟ ਮਾਰਨਿੰਗ ਤੱਕ ਮੈਂ ਉੱਥੇ ਨਾਲ ਸੀ ਜਦੋਂ ਮੇਰੇ ਸਾਹਮਣੇ ਵੈਨ ਹੀ ਫਲੈਟ ਲਾਈਨਡ ਮੇਰੇ ਸਾਹਮਣੇ। ਆਈ ਡੋਂਟ ਈਵਨ ਵਾਂਟ ਟੂ ਰਿਮੈਂਬਰ ਦੈਟ, ਤੁਹਾਨੂੰ ਪਤਾ ਵੀ ਹੈ ਨਾ, ਇਟਸ ਅ ਵੈਰੀ ਟਫ ਮੂਮੈਂਟ, ਬਟ ਉਦੋਂ ਤੱਕ ਵੀ ਮੈਂ ਨਾਲ ਸੀ, ਐਂਡ ਟਾਈਮ ਤੱਕ ਵੀ ਨਾਲ ਸੀ। ਕਲੇਮ ਕੀਤਾ ਸੀ ਆਪਣੇ ਹੱਥਾਂ ਨਾਲ, ਫੜਿਆ ਚੱਕਿਆ ਸਾਰਾ, ਤੁਹਾਡੇ ਸਾਹਮਣੇ ਜਨਾਜ਼ਾ ਵੀ ਪੜਾਇਆ, ਸਾਰਾ ਦੁਆਵਾਂ ਕੀਤੀਆਂ, ਮੈਂ ਆਪ ਆਪਣੇ ਹੱਥਾਂ ਨਾਲ ਸਾਰਾ ਕੀਤਾ ਜੀ। ਤੇ ਜੇ ਕਰੋਨਾ ਹੁੰਦਾ ਤਾਂ ਸਾਨੂੰ ਅਥਾਰਟੀਜ਼ ਆਬਵੀਅਸਲੀ ਨਾ ਕਰਨ ਦਿੰਦੀਆਂ ਸਾਰਾ ਕੁਝ। ਬਿਲਕੁਲ ਇਹ ਸੋਚਣ ਵਾਲੀ ਗੱਲ ਕਿ ਐਟ ਪ੍ਰੈਜ਼ੈਂਟ ਇਟ ਵਾਸ ਨਾਟ ਕਰੋਨਾ, ਮੈਂ ਕਲੀਅਰ ਕਰ ਦੇਣਾ। ਹਾਂਜੀ ਹਾਂਜੀ ਤੁਸੀਂ ਲਾਸਟ ਨਾਈਟ ਉਹਨਾਂ ਦੇ ਨਾਲ ਸੀਗੇ, ਮਾਰਨਿੰਗ ਤੱਕ ਤੁਸੀਂ ਉਹਨਾਂ ਦੇ ਨਾਲ ਹੀ। ਮੇਰਾ ਰਾਬਤਾ ਫਿਰੋਜ਼ ਖਾਨ ਨਾਲ ਵੀ ਹੋਇਆ ਜੀ, ਉਹ ਵੀ ਕਾਫੀ ਨੇੜੇ, ਉਹ ਵੀ ਨਾਲ ਸੀਗੇ ਉੱਥੇ ਰਾਤੀ। ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ ਮੀਤ ਮੈਨੂੰ ਆਪ ਕੰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਟਾਈਮ ਥੋੜਾ, ਮੈਨੂੰ ਆ ਕੇ ਮਿਲ। ਬਿਲਕੁਲ ਜੀ, ਇੱਦਾਂ ਐਕਚੁਅਲੀ ਸਿਚੁਏਸ਼ਨ ਇੱਦਾਂ ਸੀ ਕਿ ਉਸ ਟਾਈਮ ਦੇ ਵਿੱਚ ਸਾਡੇ ਜਿਹੜੇ ਕੁਝ ਨੀਅਰ ਐਂਡ ਡੀਅਰ ਫੈਮਿਲੀ ਮੈਂਬਰ ਸੀਗੇ, ਮੰਮਾ ਨੇ ਸਿਚੁਏਸ਼ਨ ਦੇਖ ਕੇ ਘਬਰਾ ਕੇ ਉਹਨਾਂ ਨਾਲ ਸਲਾਹ ਕਰਨ ਦੀ ਕੋਸ਼ਿਸ਼ ਕੀਤੀ, ਕਿੱਦਾਂ ਕਰੀਏ, ਕੀ ਕਰੀਏ। ਉਹਨਾਂ ਨੂੰ ਪਤਾ ਲੱਗਿਆ, ਉਹ ਵਿਚਾਰੇ ਮਤਲਬ ਜਿਵੇਂ ਨਾ ਦਵਾ ਦਵ ਉੱਥੇ ਪਹੁੰਚੇ, ਮਤਲਬ ਜਿੰਨਾ ਵੀ ਉਹਨਾਂ ਤੋਂ ਹੋ ਸਕਦਾ ਸੀਗਾ ਉਹਨਾਂ ਨੇ ਹਿੰਮਤ ਕਰਕੇ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਸਲਾਹ ਕੀਤੀ, ਡੈਡ ਨੂੰ ਵੀ ਮਿਲੇ, ਤੇ ਫਿਰੋਜ਼ ਭਾਜੀ ਆਏ ਸੀ, ਮਾਸਟਰ ਸਲੀਮ ਜੀ ਉੱਥੇ ਸੀਗੇ, ਬੂਟਾ ਮੁਹੰਮਦ ਜੀ ਉੱਥੇ ਸੀ, ਹੋਰ ਬਹੁਤ ਸਾਰੇ ਫੈਮਿਲੀ ਮੈਂਬਰਸ ਉੱਥੇ ਸੀਗੇ। ਜੇ ਮੈਂ ਨਾਮ ਲਵਾਂ ਭਾਜੀ ਲਿਸਟ ਖਤਮ ਨਹੀਂ ਹੋਣੀ ਹੈ ਨਾ। ਤੇ ਸਾਰੇ ਫੈਮਿਲੀ ਮੈਂਬਰਸ ਜਿੰਨੇ ਸਾਰੇ ਫੈਮਿਲੀ ਫਰੈਂਡਸ ਵੀ ਉੱਥੇ ਸੀਗੇ। ਬਿੱਟੂ ਚਾਚਾ ਜੀ, ਕਮਲ ਚਾਚਾ ਜੀ, ਸਾਡੇ ਮਤਲਬ ਮੇਰੇ ਡੈਡ ਦੀਆਂ ਲਿਟਰਲੀ ਸੱਜੀਆਂ ਖੱਬੀਆਂ ਬਾਹਾਂ ਨੇ ਉਹ, ਤੇ ਉਹਨਾਂ ਨੇ ਮੇਰੀ ਪਿੱਠ ਨਹੀਂ ਲੱਗਣ ਦਿੱਤੀ, ਨਾ ਹੀ ਕਦੇ ਲੱਗਣ ਦੇਣਗੇ ਇਹਨੂੰ। ਬਟ ਉਹਨਾਂ ਦੇ ਪ੍ਰੈਜ਼ੈਂਸ 'ਚ ਸਾਰੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ। ਫਿਰੋਜ਼ ਭਾਜੀ ਨੂੰ ਮਿਲੇ ਆ ਡੈਡ, ਭਾਜੀ ਨੇ ਬਹੁਤ ਹਸਾਇਆ ਉਹਨਾਂ ਨੂੰ ਥੋੜ੍ਹਾ ਮੂਡ ਫਰੈਸ਼ ਕੀਤਾ, ਤੇ ਜੋ ਵੀ ਉਹਨਾਂ ਦੇ ਨਾਲ ਗੱਲ ਹੋਈ ਹੋਣੀ ਉਹ ਇਹੀ ਹੋਈ ਹੋਣੀ ਕਿ ਮਤਲਬ ਹੁਣ ਸ਼ਾਇਦ ਉਹਨਾਂ ਟਾਈਮ ਨਹੀਂ ਹੈਗਾ, ਕਿਉਂਕਿ ਅੰਦਰੋਂ ਇੰਟੂਇਸ਼ਨ ਹੋਣ ਲੱਗ ਜਾਂਦੀ ਹੈ ਜੀ। ਐਸੇ
ਉਹ ਕਿਸੇ ਸੰਤ ਪੁਰਖ ਨਾਲੋਂ ਤਾਂ ਘੱਟ ਨਹੀਂ ਸੀਗੇ, ਕਿਸੇ ਸੰਤ ਮਹਾਤਮਾ ਨਾਲੋਂ ਤਾਂ ਘੱਟ ਨਹੀਂ ਸੀ, ਪਰ ਉਹਨਾਂ ਨੂੰ ਫੀਲ ਹੋ ਗਿਆ ਹੋਣਾ ਵੀ ਦਿਸ ਇਜ਼ ਨਾਟ ਅ ਗੁੱਡ ਟਾਈਮ ਫॉर ਮੀ। ਤੇ ਸ਼ਾਇਦ ਮੈਨੂੰ ਨਾ ਸਮਝਦੇ ਹੋਏ ਉਹਨਾਂ ਨੇ ਸਟਰੋਂਗ ਫਿਰੋਜ਼ ਭਾਅ ਜੀ ਨੂੰ ਸਮਝਦੇ ਹੋਏ ਵੀ ਇਹ ਹੈਂਡਲ ਕਰ ਸਕਦਾ ਇਸ ਗੱਲ ਨੂੰ, ਉਹਨਾਂ ਨਾਲ ਸ਼ੇਅਰ ਕੀਤੀ ਹੋਊਗੀ ਗੱਲ ਜ਼ਰੂਰ। ਜਿੱਦਾਂ ਤੁਸੀਂ ਦੱਸਿਆ ਕਿ ਇੰਟੂਸ਼ਨ ਹੋ ਜਾਂਦੀ ਹੈ, ਮੇਰੀ ਸਾਰੰਗ ਨਾਲ ਵੈਸੇ ਰਾਬਤਾ ਹੋ ਰਿਹਾ ਸੀ ਬਿਹਾਈਂਡ ਦਾ ਕੈਮਰਾ। ਉਹ ਕਹਿ ਰਹੇ ਕਿ 2 ਕੁ ਦਿਨ ਤੋਂ ਆਲਾਪ ਦੀ ਵੀ ਬੋਡੀ ਲੈਂਗੁਏਜ ਚੇਂਜ ਸੀਗੀ, ਕਿਤੇ ਨਾ ਕਿਤੇ ਉਹ ਆਪਣੇ ਆਪ 'ਚ ਸਟਰੋਂਗ ਬਣ ਰਿਹਾ ਸੀ, ਪਰ ਉਹਨੂੰ ਪਤਾ ਸੀਗਾ ਮੈਨੂੰ ਆਉਣ ਵਾਲੇ ਦਿਨ ਕਿਵੇਂ ਦੇ ਹੋ ਸਕਦੇ ਆ। ਮੈਂ ਭਾਜੀ ਓਨੈਸਟਲੀ ਦੱਸਾਂ, ਕਈ ਲੋਕਾਂ ਨੂੰ ਰਹਿੰਦਾ ਕਿ ਪਤਾ ਨਹੀਂ ਡਾਕਟਰਸ ਨੇ ਨਹੀਂ ਦੱਸਿਆ, ਇਹ ਨਹੀਂ ਦੱਸਿਆ। ਮੇਰੇ ਨਾਲ ਫੋਰਟਿਸ ਹਸਪੀਟਲ ਨੇ ਇੰਨੀ ਕੁ ਟਰਾਂਸਪੇਰੈਂਸੀ ਵਰਤੀ, ਸਾਰੀ ਮੈਨੇਜਮੈਂਟ ਉਹਨਾਂ ਦੀ, ਜਿੰਨੇ ਵੀ ਜਿੱਥੇ ਅਸੀਂ ਜਿਹੜੇ ਡਾਕਟਰਸ ਦੇ ਗਏ ਆ, ਉਹਨਾਂ ਨੇ ਸਾਰਿਆਂ ਨੇ ਇੰਨੀ ਟਰਾਂਸਪੇਰੈਂਸੀ ਵਰਤੀ। ਉਹਨਾਂ ਨੇ ਕਲੀਅਰ ਕੱਟ ਦੱਸਿਆ ਕਿ ਆਹ ਗੱਲ ਹੈ, ਆਹ ਚੱਲ ਰਿਹਾ ਟ੍ਰੀਟਮੈਂਟ। ਤੇ ਉਹਨਾਂ ਨੂੰ ਮੈਂ ਸਮਝਾਇਆ ਸੀ ਕਿ ਮੰਮਾ ਵਿਲ ਨਾਟ ਬੀ ਏਬਲ ਟੂ ਅੰਡਰਸਟੈਂਡ, ਜਾਂ ਉਹਨਾਂ ਨੂੰ ਇਹ ਹੈਂਡਲ ਨਹੀਂ ਹੋਣੀ। ਅੰਡਰਸਟੈਂਡ ਦੇ ਨਾਲੋਂ ਜ਼ਿਆਦਾ ਮੈਨੂੰ ਡਰ ਸੀ ਕਿ ਹੈਂਡਲ ਨਹੀਂ ਹੋਣੀਆਂ ਇਹ ਗੱਲਾਂ। ਤੁਸੀਂ ਮੇਰੇ ਨਾਲ ਗੱਲ ਕਰੋ, ਆਈ ਐਮ ਦ ਡਿਸੀਜਨ ਮੇਕਰ, ਆਈ ਐਮ ਹਿਸ ਕੇਅਰ ਟੇਕਰ, ਆਈ ਐਮ ਹਿਸ ਅਟੈਂਡੈਂਟ, ਮੈਂ 24 ਘੰਟੇ ਨਾਲ ਆ, ਤੇ ਮੈਨੂੰ ਦੱਸੋ ਕੀ ਗੱਲ ਹੈ। ਸੋ ਜੋ ਵੀ ਮੇਰੇ ਨਾਲ ਗੱਲ ਹੋ ਰਹੀ ਸੀ, ਉਹਨਾਂ 2-3 ਦਿਨਾਂ ਦੇ ਵਿੱਚ ਜਿਹੜਾ ਸਾਡਾ ਡਿਟੇਰੀਏਸ਼ਨ ਦਾ ਪੁਆਇੰਟ ਸੀਗਾ, ਉਹ ਸਾਰੇ ਜਿੰਨੇ ਮੇਰੇ ਦੋਸਤ ਨੇ ਡਾਕਟਰਸ, ਡਾਕਟਰ ਦੀਪ ਆਨੰਦ ਨੇ, ਮਾਈ ਕਜ਼ਨ ਐਂਡ ਡਾਕਟਰ ਮਨਦੀਪ ਨੇ, ਸਾਰੇ ਆਪਣੇ ਪਰਸਨਲ ਫਰੰਟ ਤੇ ਆਪਣੇ ਕੰਮ ਦੇ ਨਾਲ ਇਨਵੋਲਵ ਹੁੰਦੇ ਹੋਏ ਵੀ ਮੇਰੀ ਹੈਲਪ ਕਰਦੇ ਰਹੇ। ਤੁਸੀਂ ਕਹਿ ਰਹੇ ਰਿਕਵਰੀ ਵੀ ਕਰਨ ਲੱਗ ਪਏ ਸੀਗੇ? ਹਾਂਜੀ। ਬਟ ਤੁਹਾਨੂੰ ਨਹੀਂ ਲੱਗਾ ਕਿ ਥੋੜੀ ਦੇਰੀ ਹੋ ਗਈ ਫੋਰਟਿਸ ਲੈ ਜਾਣ ਦੇ ਵਿੱਚ, ਜੇ ਪਹਿਲਾਂ ਹੀ ਉੱਥੇ ਤੁਸੀਂ ਚਲੇ ਜਾਂਦੇ? ਇਹ ਭਾਜੀ ਆਪਾਂ ਇਸ ਚੀਜ਼ ਦੇ ਉੱਤੇ ਕੋਈ ਕਮੈਂਟ ਵੀ ਕਰ ਨਹੀਂ ਸਕਦੇ, ਕਿਉਂਕਿ ਸਾਨੂੰ ਉਦੋਂ ਤੱਕ ਲੱਗ ਰਿਹਾ ਸੀ ਠੀਕ ਹੈ। ਸਾਨੂੰ ਜਦੋਂ ਇੱਕਦਮ ਸ਼ਕਲ ਵਿਗੜਦੀ ਲੱਗੀ, ਅਸੀਂ ਤਾਂ ਹੀ ਫੋਰਟਿਸ ਭੱਜੇ। ਈਵਨ ਡਾਕਟਰ ਸਾਹਿਬ ਨੇ ਵੀ ਕਿਹਾ ਸੀ ਜੇ ਕਿਤੇ ਪਹਿਲਾਂ ਆ ਜਾਂਦੇ ਥੋੜ੍ਹਾ ਜਿਹਾ ਹੈਂਡਲ ਜਲਦੀ ਹੋ ਜਾਂਦਾ, ਪਰ ਉਹ ਆਪਾਂ ਪਾਸਟ 'ਚ ਜਾ ਕੇ ਚੇਂਜ ਨਹੀਂ ਨਾ ਕਰ ਸਕਦੇ। ਸੋ ਇਸੇ ਕਰਕੇ ਅਸੀਂ ਵੀ ਇਸ ਚੀਜ਼ 'ਤੇ ਕੋਈ ਕਮੈਂਟ ਨਹੀਂ ਕੀਤਾ, ਕਿਉਂਕਿ ਵੀ ਕਦੋਂ ਗਏ, ਕਿਵੇਂ ਗਏ, ਲੇਟ ਗਏ, ਪਹਿਲਾਂ ਗਏ। ਬਸ ਇਹ ਤੁਸੀਂ ਇਹ ਸਮਝ ਸਕਦੇ ਹਾਂ, ਅਸੀਂ ਗੱਲ ਕਰ ਰਹੇ ਸੀ ਅੰਦਰ ਬੈਠੇ ਕਿ ਜਿਹੜੀ ਚੀਜ਼ ਦਾ ਡਰ ਰਹਿੰਦਾ ਸੀ ਸਾਨੂੰ 24 ਘੰਟੇ, ਉਹ ਹੋ ਗਈ ਹੈ। ਉਹ ਪ੍ਰੋਬਲਮ ਕਿਤੇ ਨਾ ਕਿਤੇ ਖਦਸ਼ਾ ਹੁਣ ਰਹੇਗਾ ਕਿ ਸ਼ਾਇਦ, ਚਲੋ ਪਤਾ ਤਾਂ ਅਸੀਂ ਪਾਸਟ 'ਚ ਜਾ ਨਹੀਂ ਸਕਦੇ, ਪਰ ਕਾਸ਼ ਜੇ ਉਦੋਂ ਮਾਈਂਡ 'ਚ ਇਹ ਗੱਲ ਆ ਜਾਂਦੀ ਤਾਂ ਅੱਜ ਪਾਪਾ ਤੁਹਾਡੇ ਨਾਲ ਹੁੰਦੇ। ਰਿਗਰੈਟਸ ਤਾਂ ਭਾਜੀ ਸਾਰੀ ਉਮਰ ਰਹਿਣਗੇ ਹੀ। ਮਤਲਬ ਰਿਗਰੈਟ ਤਾਂ ਇਸ ਚੀਜ਼ ਦਾ ਸਭ ਤੋਂ ਵੱਡਾ ਰਹੂਗਾ ਮੈਨੂੰ ਕਿ ਮੈਂ ਸ਼ਾਇਦ ਉਹਨਾਂ ਟਾਈਮ ਨਾ ਸਪੈਂਡ ਕਰ ਪਾਇਆ ਹਾਂ, ਚਾਹੇ ਮੈਂ 24 ਘੰਟੇ ਸੀ, ਮੈਨੂੰ ਸੀ ਵੀ ਦਿਨ ਦੇ 24 ਤੇ ਕਿਤੇ 28 ਹੋ ਜਾਂਦੇ। ਇੱਦਾਂ ਦੇ ਰਿਗਰੈਟਸ ਰਹਿਣਗੇ ਜਿਹੜੇ ਓਬਵੀਅਸਲੀ ਕਦੇ ਚਾਹ ਕੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਸੀਗੇ। ਇਹ ਹੈਗਾ ਕਿ ਕੋਸ਼ਿਸ਼ ਜਿੰਨੀ ਕੀਤੀ ਉਨੀ ਥੋੜ੍ਹੀ ਸੀਗੀ। ਜਿੰਨਾ ਜ਼ੋਰ ਡਾਕਟਰਸ ਨੇ ਲਾਇਆ, ਜਿੰਨਾ ਅਸੀਂ ਦੁਆਵਾਂ ਤੇ ਉਹਨਾਂ ਨੂੰ ਪੋਜ਼ੀਟਿਵ ਕਰਨ 'ਤੇ ਲਾਇਆ, ਉਹਦੇ ਅੱਗੇ ਪਰਮਾਤਮਾ ਸੱਚੇ ਪਾਤਸ਼ਾਹ, ਉਹ ਜਿੱਥੇ ਵੀ ਆ, ਉਹ ਜਿਵੇਂ ਦਾ ਵੀ ਆ, ਉਹ ਜਿੱਥੇ ਵੀ ਵੱਸਦਾ, ਉਹਦੇ ਅੱਗੇ ਵਾਹ ਨਹੀਂ ਚੱਲੀ। ਤੇ ਜੇ ਹੁਣ ਉਹਨੇ ਆਪਣੀ ਮਰਜ਼ੀ ਕੀਤੀ ਹੈ ਤੇ ਆਪਾਂ ਡੋਰਾਂ ਵੀ ਉਹ 'ਤੇ ਛੱਡਤੀਆਂ, ਜੀ ਹੁਣ ਖੁਦ ਹੀ ਦੇਖੂਗਾ ਉਹਦੀ ਮਰਜ਼ੀ ਆ, ਉਹਨੇ ਕੀ ਕੀਤਾ ਸੀ, ਉਹਨੇ ਆਪ ਹੀ ਹੀਲਾ ਵਸੀਲਾ ਵੀ ਕੋਈ ਬਣਾਇਆ ਹੋਣਾ, ਐਂਡ ਜੇ ਉਹਨੇ ਬੁਲਾਇਆ ਤਾਂ ਸਾਂਭ ਸੰਭਾਲ ਵੀ ਆਪ ਹੀ ਕਰੂਗਾ। ਸੋ ਸਾਂਭ ਸੰਭਾਲ ਤੋਂ ਹੀ ਮੈਂ ਪੁੱਛਣਾ ਚਾਹੁੰਦਾ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਉਸ ਤੋਂ ਵੱਡਾ ਦੁੱਖ ਜ਼ਿੰਦਗੀ 'ਚ ਕੋਈ ਵੀ ਨਹੀਂ ਹੁੰਦਾ, ਕਿਸੇ ਲਈ ਨਹੀਂ ਹੁੰਦਾ। ਬਹੁਤ ਲੋਕਾਂ ਨੇ ਆਪਣੇ ਪਿਓ ਤੋਰਨੇ ਆ। ਆਮ ਸੌਰੀ ਆਮ ਸੇਇੰਗ ਦਿਸ, ਬਹੁਤ ਸੱਚੀ ਗੱਲ ਕਰ ਰਹੇ ਹਾਂ, ਮਾਫੀ ਚਾਹੁੰਦਾ ਤੁਹਾਡੇ ਸਾਰਿਆਂ ਤੋਂ। ਬਹੁਤਿਆਂ ਨੇ ਤੋਰਨੇ ਆ, ਬਹੁਤਿਆਂ ਨੇ ਤੋਰਤੇ, ਤੇ ਜਿਨ੍ਹਾਂ ਨੇ ਤੋਰਿਆ ਉਹ ਮੇਰਾ ਦੁੱਖ ਸਮਝ ਸਕਦੇ ਆ, ਕਿਉਂਕਿ ਭਾਜੀ ਪਹਾੜ ਟੁੱਟ ਜਾਂਦਾ ਤੁਹਾਡੇ 'ਤੇ। ਮੈਂ ਬਸ ਇਸੇ ਕਰਕੇ ਸੁੱਚ ਬੰਦ ਕਰਕੇ ਬੈਠਾ ਆਪਣਾ, ਵੀ ਮੈਂ ਨਾ ਰੋਵਾਂ, ਨਾ ਬ੍ਰੇਕ ਡਾਊਨ ਹੋਵਾਂ, ਕਿਉਂਕਿ ਜਿਸ ਦਿਨ ਮੈਂ ਬ੍ਰੇਕ ਡਾਊਨ ਹੋ ਗਿਆ ਭਾਜੀ, ਮੈਨੂੰ ਸਾਹਮਣਾ ਸਾਰਿਆਂ ਨੂੰ ਔਖਾ ਹੋ ਜਾਊਗਾ। ਸੋ ਕਿਉਂਕਿ ਇੱਕ ਪਰਸਨਲ ਅਟੈਚਮੈਂਟ ਹੁੰਦੀ ਹੈ। ਕੋਈ ਭਾਜੀ ਔਲਾਦ ਨਾਲ ਕਦੇ ਫਾਦਰ ਬਾਇਸ ਨਹੀਂ ਹੁੰਦਾ, ਮੇਰਾ ਇਹ ਜ਼ਿਆਦਾ, ਮੇਰਾ ਇਹ ਘੱਟ ਹੈ। ਸਾਡੇ ਦੋਨਾਂ ਨਾਲ ਹੀ ਸਾਡੀ ਵੱਖਰੀ ਸਟੋਰੀ ਚੱਲਦੀ ਸੀ, ਤਿੰਨਾਂ ਦੀ। ਮੰਮਾ ਦੇ ਨਾਲ ਇੱਕ ਐਸਾ ਪਿਆਰ ਸੀ, ਮੇਰੇ ਨਾਲ ਸਾਰੰਗ ਨਾਲ ਇੱਕ ਐਸਾ ਪਿਆਰ ਸੀ। ਸਾਰੰਗ ਦੀ ਫਿਕਰ ਬਹੁਤ ਕਰਦੇ ਸੀ, ਤੇ ਮੇਰਾ ਉਹਨਾਂ ਨੂੰ ਪਤਾ ਸੀ ਕਿ ਧੱਕੜ ਜਿਹਾ ਹੈਗਾ, ਆਪ ਹੀ ਚਲਾ ਲੂਗਾ ਕੰਮ, ਕਿਸੇ ਤਰ੍ਹਾਂ ਕਰ ਲੂਗਾ ਸੈਟਲਮੈਂਟ। ਉਹਨਾਂ ਨੇ ਬਾਹਰ ਵੀ ਇਸੇ ਕਰਕੇ ਧੱਕੇ ਨਾਲ ਭੇਜਿਆ ਸੀ ਕਿ ਪੜ੍ਹ ਕੇ ਆ, ਮਿਹਨਤ ਕਰਕੇ ਆ, ਧੱਕੇ ਖਾ ਕੇ ਆ ਉੱਥੇ, ਤਾਂ ਕਿ ਤੈਨੂੰ ਪਤਾ ਲੱਗੇ ਕਿ ਇਹ ਸਾਰਾ ਕੁਛ ਬਣਾਈ ਦਾ ਕਿਵੇਂ ਆ। ਐਂਡ ਬਕਾਇਦਾ ਉਹਨਾਂ ਨੇ ਲੈਸਨ ਵੀ ਦਿੱਤਾ, ਔਰ ਖੁਸ਼ ਵੀ ਹੋਏ ਮੇਰੇ ਧੱਕੇ ਖਾਣ ਤੋਂ ਬਾਅਦ, ਮੇਰੇ ਸਟਰਗਲ ਤੋਂ ਬਾਅਦ। ਮੇਰੀ ਸਕਸੈਸ ਵੀ ਦੇਖੀ, ਮੇਰਾ ਬਿਜ਼ਨਸ ਅੰਪਾਇਰ ਖੜਾ ਹੁੰਦਾ ਦੇਖਿਆ ਉਹਨਾਂ ਨੇ ਕੈਨੇਡਾ, ਮੇਰਾ ਕੰਮ ਦੇਖਿਆ, ਮੇਰਾ ਵੱਡੇ ਸੈਲੀਬ੍ਰਿਟੀਜ਼ ਨਾਲ ਉਹਨਾਂ ਦਾ ਜੋ ਮੈਂ ਮਿਹਨਤ ਕੀਤੀ ਉੱਥੇ ਐਜ਼ ਐਨ ਆਡੀਓ ਇੰਜੀਨੀਅਰ, ਐਜ਼ ਅ ਮਿਊਜ਼ਿਕ ਪ੍ਰੋਡਿਊਸਰ, ਉਹ ਦੇਖੀ ਉਹਨਾਂ ਨੇ। ਬਸ ਇੱਕ ਚੀਜ਼ ਦਾ ਰਿਗਰੈਟ ਭਾਜੀ ਹਮੇਸ਼ਾ ਰਹੂਗਾ ਕਿ ਸਾਡੀ ਫੈਮਿਲੀ 'ਚ ਹੀ ਇਹ ਸਾਰੀ ਚੀਜ਼ ਹੈਗੀ ਹੈ ਕਿ ਸਾਡੇ ਫਾਦਰਸ ਸਾਡੇ ਸਕਸੈਸ ਨਹੀਂ ਦੇਖ ਪਾਉਂਦੇ। ਮੇਰੇ ਦਾਦਾ ਜੀ ਵੀ, ਉਸ ਤੋਂ ਬਾਅਦ ਪੜਦਾਦਾ, ਫਿਰ ਮਤਲਬ ਸਾਡੀ ਫੈਮਿਲੀ 'ਚ ਹੀ ਹੈ, ਤੁਸੀਂ ਲਾ ਲਓ ਕਿ ਇੱਕ ਤਰ੍ਹਾਂ ਦੀ ਇਹ ਚੀਜ਼ ਹੈ ਕਿ ਸਾਡਾ ਸਕਸੈਸ ਨਹੀਂ ਦੇਖ ਪਾਉਂਦੇ ਸਾਡੇ ਫਾਦਰਸ। ਸੋ ਸ਼ਾਇਦ ਕਿਤੇ ਉਹਨਾਂ ਨੂੰ ਪਤਾ ਹੋਵੇ ਕਿ ਮੇਰੇ ਬੱਚਿਆਂ ਨੇ ਕੁਝ ਕਰਨਾ ਹੈ, ਕੈਪੇਬਿਲਿਟੀ ਦੇ ਹਿਸਾਬ ਨਾਲ ਤਾਂ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਕਿੰਨੇ ਕੁ ਪਾਣੀ 'ਚ ਹੈਗੇ, ਕਿੰਨੇ ਕੁ ਜੋਗੇ ਹੈਗੇ, ਠੀਕ ਕਰਨਗੇ, ਚੰਗਾ ਕਰਨਗੇ ਜਾਂ ਮਾੜਾ ਕਰਨਗੇ, ਉਹਨਾਂ ਨੂੰ ਪਤਾ ਸੀ। ਸੋ ਜੋ ਉਹਨਾਂ ਨੂੰ ਪਤਾ ਸੀ, ਜਿੰਨਾ ਕੁ ਅਸੀਂ ਡਿਜ਼ਰਵ ਕਰਦੇ ਹਾਂ, ਹੋਪਫੁਲੀ ਉਹਨਾਂ ਕੁ ਹੋਵੇ। ਅਲਾਵਾ ਆਪਾਂ ਪੋਜ਼ਿਟਿਵ ਨੋਟ ਤੇ ਵੀ ਗੱਲ ਕਰਦੇ ਹਾਂ। ਮੈਨੂੰ ਪਤਾ ਹੈ ਹਾਲਾਤ ਉੱਦਾਂ ਦੇ, ਬੰਦਾ ਨਾ ਚਾਹੁੰਦੇ ਹੋਏ ਵੀ ਨੈਗੇਟਿਵ ਹੋ ਜਾਂਦਾ ਭਾਜੀ, ਬਿਲਕੁਲ। ਕਿਹੜੀਆਂ ਉਹ ਚੀਜ਼ਾਂ ਨੇ ਜਿਹੜੇ ਉਹ ਤੁਹਾਨੂੰ ਸਿਖਾ ਗਏ ਨੇ, ਔਰ ਤਾਂ ਉਮਰ ਉਹ ਯਾਦ ਰਹਿਣੀ ਹੈ, ਕੋਈ ਹੋਰ ਨਹੀਂ ਸਿਖਾ ਸਕਦਾ?
ਭਾਜੀ ਸਭ ਤੋਂ ਵੱਡੀ ਗੱਲ ਗਾਇਕੀ ਨੂੰ ਛੱਡ ਦਿਓ, ਤੁਸੀਂ ਗਾਉਣਾ ਵਜਾਉਣਾ ਛੱਡ ਦਿਓ, ਤੁਸੀਂ ਸਟੇਜ ਸ਼ੋਅ ਛੱਡ ਦਿਓ, ਤੁਸੀਂ ਰਿਕਾਰਡਿੰਗਸ ਦੀ ਨੌਲੇਜ ਛੱਡ ਦਿਓ, ਮਿਊਜ਼ਿਕ ਛੱਡ ਦਿਓ, ਸਭ ਤੋਂ ਵੱਡੀ ਉਹ ਨਿਮਰਤਾ ਸਿਖਾ ਕੇ ਗਏ ਸੀਗੇ। ਉਹ ਕਹਿੰਦੇ ਨਿਮਰਤਾ ਬੇਟਾ, ਮੈਨੂੰ ਸਭ ਤੋਂ ਵੱਡੀ ਉਹਨਾਂ ਨੇ ਗੱਲ ਕਹੀ ਸੀ ਕਿ ਕਹਿੰਦੇ ਵੀ ਬੜੇ ਸਟਰੋਂਗ ਹਾਰਟ ਨਾਲ ਮੈਂ ਗੱਲ ਕਹਿ ਰਿਹਾ, ਵਿਦ ਅ ਸਮਾਈਲ ਔਨ ਮਾਈ ਫੇਸ, ਟਰਾਈਂਗ ਮਾਈ ਬੈਸਟ ਟੂ ਸਮਾਈਲ, ਕਿਉਂਕਿ ਰਿਮੈਂਬਰੈਂਸ ਹੈ ਭਾਜੀ। ਮੋਰਨ ਕਰਨ ਦੀ ਜਗ੍ਹਾ ਮੈਂ ਸੈਲੀਬ੍ਰੇਟ ਕਰਨਾ ਚਾਹੁੰਦਾ ਇਸ ਚੀਜ਼ ਨੂੰ ਕਿ ਉਹਨਾਂ ਨੇ ਐਡੀ ਅੱਛੀ ਗੱਲ ਮੈਨੂੰ ਦੱਸੀ। ਕਹਿੰਦੇ ਬੇਟਾ ਪੈਸਾ ਸ਼ਾਇਦ ਮੈਂ ਘੱਟ ਕਮਾ ਲਿਆ ਹੋਣਾ, ਹਮੇਸ਼ਾ ਕਹਿੰਦੇ ਹੁੰਦੇ ਸੀਗੇ, ਕਹਿੰਦੇ ਬੇਟਾ ਸ਼ਾਇਦ ਕਿਤੇ ਮੈਂ ਪੈਸਾ ਜ਼ਰੂਰ ਘੱਟ ਕਮਾ ਲਿਆ ਹੋਊਗਾ, ਸ਼ਾਇਦ ਤੁਹਾਨੂੰ ਕਿਤੇ ਪੈਸੇ ਵੱਲੋਂ ਕਮੀ ਕਰਤੀ ਹੋਗੀ, ਹਾਲਾਂਕਿ ਨਹੀਂ ਸੀ, 1% ਨਹੀਂ ਕਮੀ ਸੀ ਸਾਨੂੰ। ਉਹ ਕਹਿੰਦੇ ਸੀ ਕਿ ਸ਼ਾਇਦ ਮੈਂ ਪੈਸਾ ਘੱਟ ਕਮਾ ਲਿਆ ਹੋਊਗਾ, ਪਰ ਬੇਟਾ ਮੈਂ ਲੋਕ ਇੰਨੇ ਕੁ ਕਮਾਇਆ ਕਿ ਤੂੰ ਕਿਸੇ ਅਣਜਾਣ ਪਿੰਡ 'ਚ ਤੇਰਾ ਟਾਇਰ ਪੈਂਚਰ ਹੋ ਜਾਏ, ਕਿਤੇ ਰਾਤ ਨੂੰ 2 ਵਜੇ ਤੂੰ ਜਾ ਕੇ ਕਿਸੇ ਦਾ ਕੁੰਡਾ ਖੜਕਾਏ ਨਾ ਕਿ ਮੈਂ ਸਰਦੂਲ ਸਿਕੰਦਰ ਦਾ ਮੁੰਡਾ, ਅੱਧਾ ਪਿੰਡ ਤੇਰਾ ਟਾਇਰ ਬਦਲਾਉਣ ਲਈ ਖੜਾ ਹੋਊਗਾ ਭਾਜੀ। ਸੋ ਉਹ ਤੁਸੀਂ ਜਨਾਜ਼ੇ ਵਾਲੇ ਦਿਨ ਦੇਖ ਹੀ ਲਿਆ। ਬਿਲਕੁਲ, ਅਸੀਂ ਦੇਖਿਆ ਖੰਨਾ ਸ਼ਹਿਰ ਪੂਰਾ ਬੰਦ ਸੀਗਾ, ਹਾਈਵੇ ਜਾਮ ਸੀਗਾ, ਅਤੇ ਉਹੀ ਸਭ ਤੋਂ ਵੱਡੀ ਚੀਜ਼ ਸਿਖਾ ਕੇ ਗਏ ਨੇ ਭਾਜੀ ਕਿ ਉਹ ਕਿ ਪਿਆਰ ਨਹੀਂ ਟੁੱਟਣ ਦੇਣਾ ਕਿਸੇ ਨਾਲ। ਅਤੇ ਤੁਸੀਂ ਪਿਆਰ ਇੱਦਾਂ ਹੀ ਭਾਜੀ ਸਾਰੇ ਬਣਾਈ ਰੱਖਿਓ, ਤੁਸੀਂ ਸਾਰੇ ਬਣਾਈ ਰੱਖਿਓ ਪਿਆਰ। ਆਈ ਐਮ ਹੋਪਿੰਗ ਕਿ ਉਸ ਲੈਗੇਸੀ ਨੂੰ ਕੈਰੀ ਕਰ ਸਕਾਂ। ਵੈਸੇ ਬਹੁਤ ਜ਼ਿਆਦਾ ਵੱਡਾ ਪ੍ਰੈਸ਼ਰ ਹੈ, ਆਈ ਐਮ ਨਾਟ ਸ਼ੋਰ ਇਫ ਆਈ ਵਿਲ ਬੀ ਏਬਲ ਟੂ ਡੂ ਇਟ, ਬਟ ਜੇ ਤੁਸੀਂ ਕਰਾ ਲਿਆ ਤਾਂ ਹੋ ਜਾਊਗਾ, ਮੈਂ ਇਕੱਲਾ ਨਹੀਂ ਕਰ ਸਕਦਾ। ਅਲਾਪ ਜੇ ਹੁਣ ਅਮਨ ਨੂਰੀ ਮੈਮ ਦੀ ਗੱਲ ਕਰੀਏ, ਉਹਨਾਂ ਨੂੰ ਸੰਭਾਲਣਾ ਬਿਲਕੁਲ ਸੰਭਾਲਣਾ ਪੈ ਵੀ ਰਿਹਾ ਔਰ ਔਖਾ ਵੀ ਹੈ ਤੇ ਪੈਣਾ ਵੀ ਹੈ। ਸੋ ਕਿਸ ਤਰੀਕੇ ਦਾ ਹੁਣ ਮਾਹੌਲ ਹੈ ਘਰ ਦੇ ਵਿੱਚ? ਇਹ 'ਚ ਮੁਮਕਿਨ ਹੈ ਕਿ ਉਹਨਾਂ ਨੂੰ ਯਾਦ ਤੇ ਆਉਂਦੀ ਹੈ, ਹਰ ਚੀਜ਼ 'ਚ ਯਾਦ ਆਉਂਦੀ ਹੈ, ਕਿੰਨੀ ਕੁ ਦੇਰ ਤੱਕ ਬੰਦਾ ਆਪਣੇ ਆਪ ਨੂੰ ਢਾਲ ਲੇ? ਮਾਹੌਲ ਭਾਜੀ ਉੱਦਾਂ ਦੀ ਹੈ ਜਿੱਦਾਂ ਦੇ ਕਿਸੇ ਦੇ ਜਾਣ ਤੋਂ ਬਾਅਦ ਹੁੰਦਾ ਹੀ ਹੈ, ਸੋਗ ਪਿਆ ਹੋਇਆ, ਕਿਤੇ ਸਮਾਈਲ ਕਰਨ ਦਾ ਵੀ ਨਹੀਂ ਦਿਲ ਕਰਦਾ। ਮੰਮਾ ਦਾ ਮਾੜਾ ਜਿਹਾ ਹੱਸਣ ਲੱਗਦਾ ਤੇ ਜਦੀ ਫੁੱਟ ਕੇ ਰੋਣਾ ਪੈ ਜਾਂਦਾ ਉਹਨਾਂ ਦਾ। ਸ਼ੀ ਇਜ਼ ਗੋਇੰਗ ਥਰੂ PTSD ਆਲਸੋ, ਹੈ ਨਾ ਜੀ, ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੋਇਆ ਉਹਨਾਂ ਨੂੰ, ਅਤੇ ਹੌਲੀ ਇੰਪਰੂਵਮੈਂਟ ਹੋ ਰਹੀ ਹੈ। ਤੁਹਾਡੀਆਂ ਸਾਰਿਆਂ ਦੀ ਦੁਆਵਾਂ ਅਤੇ ਪਿਆਰ ਬਹੁਤ ਹੈਲਪ ਕਰ ਰਿਹਾ, ਬਹੁਤ ਜ਼ਿਆਦਾ ਹੈਲਪ ਕਰ ਰਿਹਾ ਭਾਜੀ। ਜਿੰਨਾ ਤੁਸੀਂ ਦੁਆ ਕਰ ਰਹੇ ਹੋ ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਸਾਰੇ ਜਾਣੇ, ਜਿੰਨੇ ਵਿਊਅਰਸ ਆ, ਜਿੰਨੇ ਪਿਆਰ ਕਰਨ ਵਾਲੇ ਫੈਨਸ ਆ, ਫੈਮਿਲੀ ਫਰੈਂਡਸ ਆ, ਮੈਂਬਰਸ ਨੇ, ਉਹ ਜਿੰਨਾ ਦੁਆਵਾਂ ਕਰ ਰਹੇ ਭਾਜੀ ਉਹ ਹੈਲਪ ਕਰ ਰਹੀਆਂ ਨੇ। ਹੀਲਿੰਗ ਪ੍ਰੋਸੈਸ ਲੰਬਾ ਹੈ ਕਿਉਂਕਿ ਸਾਰੀ ਉਮਰ ਤਾਂ 100% ਕਦੇ ਕੋਈ ਠੀਕ ਨਹੀਂ ਹੁੰਦਾ ਇਸ ਸਦਮੇ ਤੋਂ ਬਾਅਦ, ਬਟ ਉਹ ਹੀਲਿੰਗ ਹੌਲੀ ਥੋੜ੍ਹਾ ਜਿਹਾ ਸਾਨੂੰ ਦਿਖ ਰਿਹਾ ਕਿਤੇ ਹੋਪ, ਲਾਈਕ ਦੇਰ ਇਜ਼ ਲਾਈਟ ਐਟ ਦੀ ਐਂਡ ਆਫ ਦ ਟਨਲ, ਕਿ ਸ਼ਾਇਦ ਹੌਲੀ ਅਸੀਂ ਆਪਣਾ ਮਨ ਸਮਝਾ ਸਕੀਏ। ਬਟ ਮਾਹੌਲ ਤਾਂ ਹਲੇ ਭਾਜੀ ਤੁਹਾਨੂੰ ਪਤਾ ਵੀ ਹਿੱਲਿਆ ਹੀ ਹੋਇਆ। ਬਿਲਕੁਲ, ਮੈਂ ਉਹੀ ਦੇਖਿਆ। ਅਲਾਪ ਜੇ ਗੱਲ ਕਰੀਏ, ਕੋਈ ਹਰ ਫਾਦਰ ਦਾ ਕੋਈ ਸੁਪਨਾ ਹੁੰਦਾ, ਕੋਈ ਅਜਿਹਾ ਸੁਪਨਾ ਜਿਹੜਾ ਉਹਨਾਂ ਦਾ ਸੀਗਾ ਔਰ ਜਾਂ ਉਹ ਅਲਾਪ ਪੂਰਾ ਕਰੇਗਾ ਜਾਂ ਸਾਰੰਗ, ਜਾਂ ਦੋਨੋਂ ਮਿਲ ਕੇ ਪੂਰਾ ਕਰਨਗੇ? ਉਹਨਾਂ ਦਾ ਭਾਜੀ ਇੱਕੋ ਸੁਪਨਾ ਸੀ, ਕਹਿੰਦੇ ਬੇਟਾ ਸਿੰਗਰ ਬਣ ਜਾਓ, ਡਾਕਟਰ ਬਣ ਜਾਓ, ਪਾਇਲਟ ਬਣ ਜਾਓ, ਇੰਜੀਨੀਅਰ ਬਣ ਜਾਓ, ਬਸ ਜੋ ਮਰਜ਼ੀ ਬਣੋ, ਮੈਨੂੰ ਨਹੀਂ ਫਰਕ ਪੈਂਦਾ, ਚੰਗੇ ਇਨਸਾਨ ਬਣ ਜਾਓ। ਐਂਡ ਇਹ ਇੰਟਰਵਿਊ 'ਚ ਵੀ ਕਹਿ ਕੇ ਗਏ, ਸਾਨੂੰ ਪਰਸਨਲੀ ਵੀ ਕਹਿ ਕੇ ਗਏ। ਅਤੇ ਐਟ ਦੀ ਐਂਡ ਆਫ ਦ ਡੇ, ਈਵਨ ਐਟ ਦੀ ਐਂਡ ਆਫ ਦੀ ਇੰਟਰਵਿਊ, ਈਵਨ ਐਟ ਦੀ ਐਂਡ ਆਫ ਦਿਸ ਵਰਲਡ, ਮੈਂ ਇਹੀ ਗੱਲ ਕਹਿ ਕੇ ਜਾਊਂਗਾ ਭਾਜੀ, ਉਹਨਾਂ ਨੇ ਇਹੀ ਐਕਸਪੈਕਟ ਕੀਤਾ ਕਿ ਅਸੀਂ ਚੰਗੇ ਇਨਸਾਨ ਪਹਿਲਾਂ ਬਣ ਜਾਈਏ, ਫਿਰ ਜੋ ਮਰਜ਼ੀ ਕਰੀਏ। ਜੇ ਅਸੀਂ ਚੰਗੇ ਇਨਸਾਨ ਨਹੀਂ ਤਾਂ ਅਸੀਂ ਜੋ ਮਰਜ਼ੀ ਵੱਡਾ ਟਾਈਟਲ ਕਮਾ ਲਈਏ ਉਹ 'ਚ ਬਰਕਤ ਨਹੀਂ ਕੀ। ਅਸੀਂ ਚੰਗੇ ਇਨਸਾਨ ਅਤੇ ਅਸੀਂ ਜਾ ਕੇ ਕਿਸੇ ਦੇ ਅਸੀਂ ਨੌਕਰ ਵੀ ਲੱਗ ਜਾਈਏ, ਕਿਸੇ ਦੇ ਚਾਕ ਵੀ ਲੱਗ ਜਾਈਏ, ਉਹਦੇ ਵਿੱਚ ਵੀ ਬਰਕਤ ਹੈ। ਅਤੇ ਇਹੀ ਭਾਜੀ ਆਈ ਗੈਸ ਐਟ ਦੀ ਐਂਡ ਆਫ ਦ ਡੇ ਆਈ ਵਾਂਟ ਟੂ ਸੇ ਹੀ ਵਾਂਟਡ ਅਸ ਟੂ ਬੀ a good human being and will try our level best to become good human beings. ਅਲਾਪ ਮੇਰੇ ਘਰ ਦੇ ਵਿੱਚ ਮੇਰੇ ਦਾਦਾ ਜੀ ਦੀ ਜੋ ਡੈਥ ਹੋਈ ਸੀ, ਬਹੁਤ ਮੁਸ਼ਕਿਲ ਹੁੰਦਾ, ਕਈ ਵਾਰ ਸੁਪਨੇ ਆਉਂਦੇ। ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਕੋਈ ਅਜਿਹਾ ਸੁਪਨਾ ਆਇਆ ਹੋਵੇ ਕਿ ਫਾਦਰ ਸਾਹਿਬ ਨਾਲ? ਭਾਜੀ ਸੁੱਤਿਆਂ ਨੂੰ ਤਾਂ ਕੀ ਜਾਗਦੇ ਨੂੰ ਆਉਂਦੇ ਰਹਿੰਦੇ, ਭੁਲੇਖੇ ਪੈਂਦੇ ਰਹਿੰਦੇ, ਆਵਾਜ਼ ਦਾ ਭੁਲੇਖਾ, ਆਵਾਜ਼ਾਂ ਦੇ ਭੁਲੇਖੇ ਪੈਂਦੇ ਆ ਭਾਜੀ। ਸਾਨੂੰ ਤਾਂ ਹਲੇ ਹਸਪੀਟਲਾਂ ਦੇ ਉਹ ਮੀਟਰ ਨਹੀਂ, ਮਤਲਬ ਹਲੇ ਮੋਨੀਟਰਸ ਹੀ ਨਹੀਂ ਸਾਡੇ ਦਿਮਾਗ 'ਚੋਂ ਨਿਕਲ ਰਹੇ, ਉਹ ਟੀ ਜਿਹੜੀ ਉਹ ਵੱਜਦੀ ਉਹ ਹੀ ਨਹੀਂ ਨਿਕਲਦੀ। ਸਾਨੂੰ ਉਹੀ ਸੁਣੀ ਜਾਂਦੀ ਵੀ ਹਾਂ ਹੁਣ ਬਲੱਡ ਸੈਚੂਰੇਸ਼ਨ ਇੰਕਰੀਜ਼ ਹੋ ਗਈ, ਠੀਕ ਹੈ, ਹਾਰਟ ਰੇਟ ਠੀਕ ਹੈ, ਮਤਲਬ ਇੱਦਾਂ ਦੀਆਂ ਗੱਲਾਂ ਹਜੇ ਵੀ ਦਿਮਾਗ 'ਚ ਉਹੀ ਮੋਨੀਟਰ ਆਈ ਜਾਂਦੇ ਆ। ਫਿਰ ਉੱਠ ਕੇ ਮਾੜਾ ਜਿਹਾ ਫੋਨ ਚੈੱਕ ਕਰਨ ਦੀ ਕੋਸ਼ਿਸ਼ ਕਰੀਦੀ ਵੀ ਮੈਂ ਜਾ ਕੇ ਫੋਨ ਕਰਾਂ। ਮਤਲਬ ਹਲੇ ਸਾਰਿਆਂ ਦੇ ਸਕੈਜੂਲ ਇੰਨੇ ਵਿਗੜੇ ਹੋਏ ਨੇ, ਮੇਰੇ ਮਾਮਾ ਜੀ ਵੀ, ਮੰਮਾ ਵੀ, ਸਾਰੇ ਜਿੰਨੇ ਰਿਸ਼ਤੇਦਾਰ ਨੇ, ਮੇਰੇ ਕਜ਼ਨਸ ਵੀ ਜਿੰਨੇ, ਡੈਡ ਦੇ ਭਾਣਜੇ ਭਤੀਜੇ, ਸਾਰੇ ਫੋਨ ਕਰਕੇ ਇਹੀ ਦੇਖਦੇ ਆ, ਮਤਲਬ ਚੈੱਕ ਕਰਦੇ ਵੀ ਹਾਲ ਚਾਲ ਪੁੱਛਣ ਵਾਸਤੇ ਉੱਠਦੇ ਆ। ਫਿਰ ਇੱਕਦਮ ਯਾਦ ਆਉਂਦਾ ਕਿ ਨਹੀਂ, ਹਾਲ ਚਾਲ ਹੁਣ ਪੁੱਛਣ ਦੀ ਲੋੜ ਹੀ ਨਹੀਂ। ਅਤੇ ਉਹ ਹਲੇ ਪੀਰੀਅਡ ਤਾਂ ਚੱਲੂਗਾ ਭਾਜੀ, ਥੋੜ੍ਹੀ ਟਾਈਮ ਤਾਂ ਸਾਰੀ ਉਮਰ ਹੀ ਚੱਲਣਾ ਭਾਜੀ ਹੁਣ ਤਾਂ। ਬਟ ਯਾਦਾਂ ਜਾਗਦਿਆਂ ਨੂੰ ਵੀ ਆ ਰਹੀਆਂ ਨੇ, ਕਹਿੰਦੇ ਨਾ ਤੂੰ ਨਹੀਂ ਤੇ ਤੇਰੀਆਂ ਯਾਦਾਂ ਸੇ, ਯਾਦਾਂ ਦੇ ਸਾਰੇ ਜੀ ਲਾਂਗੇ। ਸੋ ਜੀ ਰਹੇ ਹਾਂ ਭਾਜੀ, ਜੀ ਰਹੇ ਹਾਂ। ਸੋ ਉਹਨਾਂ ਦੇ ਕੁਝ ਗੀਤ ਅਜਿਹੇ ਵੀ ਹੋਣਗੇ ਜਿਹੜੇ ਅਨਰਿਲੀਜ਼ਡ ਹੋਣਗੇ, ਬਹੁਤ ਨੇ, ਕੋਈ ਟ੍ਰਿਬਿਊਟ ਉਹਨਾਂ ਨੂੰ ਆਉਣਗੇ ਭਾਜੀ ਡੈਫੀਨੇਟਲੀ। ਸਮੇਂ ਦੇ ਹਿਸਾਬ ਨਾਲ ਹੌਲੀ ਸਾਰੀਆਂ ਚੀਜ਼ਾਂ ਰਿਵੀਲ ਕਰਾਂਗੇ, ਕਿਉਂਕਿ ਇੱਕੋਦਮ ਹਲੇ ਇਹ ਡਿਸੀਜਨਸ ਲੈਣ ਦਾ ਦਿਲ ਨਹੀਂ ਕਰ ਰਿਹਾ। ਹਲੇ ਸਾਨੂੰ ਇਹ ਹੈ ਕਿ ਜਿਹੜਾ ਉਹਨਾਂ ਦੀ ਜੋ ਰਸਮ ਹੈ, ਜੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਚਾਹੀਦੀ ਹੈ, ਉਹ ਪਹਿਲਾਂ ਸਹੀ ਤਰੀਕੇ ਨਾਲ ਹੋ ਜਾਵੇ। ਬਾਕੀ ਚੀਜ਼ਾਂ ਸਾਰੀਆਂ ਉਮਰ ਚੱਲਦੀਆਂ ਰਹਿਣਗੀਆਂ। ਉਹਨਾਂ ਦੇ ਫੈਨਸ ਨੇ ਉਹਨਾਂ ਨੂੰ ਕਦੇ ਸੁਣਨਾ ਬੰਦ ਨਹੀਂ ਕਰਨਾ, ਹੁਣ ਤਾਂ ਸਗੋਂ ਜ਼ਿਆਦਾ ਸੁਣਨਗੇ।
ਹੁਣ ਤਾਂ ਉਹਨਾਂ ਨੂੰ ਅਹਿਸਾਸ ਹੋਊਗਾ, ਖਿੱਚ ਪਊਗੀ ਯਾਰ ਹਾਏ ਉਦੋਂ ਸੀਗੇ ਕੋਲ, ਉਦੋਂ ਮਤਲਬ ਸਾਰੇ ਬੰਦੇ ਸੁਣਦੇ ਰਹੇ ਹੈ ਨਾ ਜੀ, ਅਤੇ ਹੁਣ ਹੋਰ ਸੁਣਨਗੇ। ਸੋ ਉਸ ਸਮੇਂ ਦੇ ਨਾਲ ਜਿਵੇਂ ਜਿਵੇਂ ਟਾਈਮ 'ਤੇ ਜੋ ਸਾਨੂੰ ਲੱਭਿਆ ਉਹ ਰਿਲੀਜ਼ ਕਰਦੇ ਰਹਾਂਗੇ। ਹਾਲੇ ਸਭ ਤੋਂ ਮੇਰਾ ਵੱਡਾ ਪ੍ਰਾਇਓਰਿਟੀ ਇਹ ਹੈ ਕਿ ਕੋਈ ਵੀ ਚੀਜ਼ ਉਹਨਾਂ ਦੀ ਰਹਿ ਨਾ ਜਾਵੇ ਜਿਹੜੀ ਉਹਨਾਂ ਦੇ ਰਸਤੇ ਦੇ ਵਿੱਚ ਉਸ ਸੱਚੇ ਪਾਤਸ਼ਾਹ ਪ੍ਰਮਾਤਮਾ ਤੱਕ ਪਹੁੰਚਦੇ ਇੰਨੀ ਕੁ ਵੀ ਮਾੜੀ ਮੋਟੀ ਉਹਨਾਂ ਦੇ ਰਸਤੇ 'ਚ ਕੋਈ ਆਬਸਟੈਕਲ ਬਣੇ। ਇੱਕ ਹੋਰ ਪੋਜ਼ਿਟਿਵ ਨੋਟ ਤੇ ਗੱਲ ਕਰਾਂਗਾ, ਕਾਫੀ ਜ਼ਿੰਦਾ ਦਿਲੀ ਦੀ ਮਿਸਾਲ ਸੀ, ਮੇਰੇ ਨਾਲ ਬਹੁਤ ਮਜ਼ਾਕ ਕਰਦੇ ਸੀਗੇ। ਮਜ਼ਾਕੀਆ ਤਾਂ ਪਤਾ ਹੀ ਹੈ ਤੁਹਾਨੂੰ ਭਾਜੀ, ਮਜ਼ਾਕ ਦਾ ਤਾਂ ਪਤਾ ਹੀ ਤੁਹਾਨੂੰ। ਉਹ ਆਪਣਾ ਹੀ ਗਾਣਾ ਉਹਨਾਂ ਨੇ ਇੱਕ ਵਾਰੀ ਹਿੰਦੀ 'ਚ ਗਾਤਾ ਮੇਰੇ ਸਾਹਮਣੇ ਕਿ ਇੱਕ ਮਜ਼ਾਕ ਕਰਾਂਗੇ। ਸੋ ਜ਼ਿੰਦਾ ਦਿਲੀ ਦੀ ਮਿਸਾਲ ਜਿੱਦਾਂ ਮੈਂ ਕਹਿ ਰਿਹਾ, ਕੋਈ ਇਹੋ ਜਿਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਹਸਾਉਣ ਲਈ ਕਰਦੇ ਸੀਗੇ, ਜਾਂ ਜਿੱਦਾਂ ਮੰਨ ਲਓ ਹੁਣ ਤੁਸੀਂ ਬੇਟੇ ਹੋ, ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਇੱਕ ਫਾਦਰ ਝਿੜਕ ਵੀ ਮਾਰ ਲੈਂਦਾ, ਪਰ ਮਨਾਉਂਦੇ ਵੀ ਹੋਣੇ ਆ। ਮੇਰਾ ਤਾਂ ਭਾਜੀ ਰਿਲੇਸ਼ਨਸ਼ਿਪ ਹੀ ਐਸਾ ਸੀ, ਅਸੀਂ ਲੜ ਪੈਂਦੇ ਸੀਗੇ। ਮਤਲਬ ਲੜਨਾ ਇੱਦਾਂ ਨਹੀਂ ਕਿ ਮਤਲਬ ਕਿਸੇ ਨੂੰ ਗਲਤ ਬੋਲਣਾ ਇੱਦਾਂ, ਅਸੀਂ ਆਪਸ 'ਚ ਨਿੱਕੇ ਨਿੱਕੇ ਚੀਜ਼ਾਂ ਪਿੱਛੇ ਲੜ ਪੈਂਦੇ ਹੁੰਦੇ ਸੀ। ਨਹੀਂ ਪਾਪਾ ਯਾਰ ਮੈਂ ਇੱਦਾਂ ਕਰਨਾ, ਮਤਲਬ ਨਹੀਂ ਤੂੰ ਇੱਦਾਂ ਨਹੀਂ ਇੱਦਾਂ, ਮਤਲਬ ਇਟ ਵਾਜ਼ ਸੱਚ ਅ ਕਿਊਟ ਥਿੰਗ ਕਿ ਉਹ ਰਿਲੇਸ਼ਨਸ਼ਿਪ ਐਸਾ ਸੀ। ਅਸੀਂ ਮਤਲਬ ਇੰਨਾ ਲੜ ਖੱਪ ਕੇ ਵੀ ਇੰਨਾ ਸਾਡੇ 'ਚ ਆਸ਼ਕੀ ਸੀਗੀ ਵੀ ਜਾਣਾ ਵੀ ਮੇਰੇ ਨਾਲ ਹੀ ਹੈ, ਫਿਰ ਜੇ ਜੋ ਗੁੱਸੇ ਨੇ ਮੇਰੇ ਨਾਲ ਫਿਰ 10-15 ਮਿੰਟ ਗੱਲ ਵੀ ਨਹੀਂ ਕਰਨੀ, ਫਿਰ ਹੌਲੀ ਹੌਲੀ ਆਪ ਹੀ ਹੁਣ ਆਹ ਕਰਦੇ ਫਿਰ ਉੱਥੋਂ ਗੱਲਾਂ ਖੁੱਲ੍ਹ ਜਾਂਦੀਆਂ ਸੀ। ਝਿੜਕਾਂ ਭਾਜੀ ਕਦੇ ਮੇਰੇ ਹਿਸਾਬ ਨਾਲ ਉਹਨਾਂ ਦੀ ਪਰਵਰਿਸ਼ 'ਚ ਕਦੇ ਕਮੀ ਰਹੀ ਨਹੀਂ ਕਿਸੇ ਪਾਸਿਓਂ ਵੀ ਸਾਨੂੰ ਝਿੜਕ ਮਾਰੀ ਵੀ ਹੋਵੇ। ਜੇ ਮਾਰੀ ਵੀ ਹੋਗੀ ਉਹ ਤਾਂ ਮਾਰੀ ਹੋਗੀ ਕਿਸੇ ਨੂੰ ਹਰਟ ਕੀਤਾ ਹੋਵੇ ਜੇ ਕਿਤੇ ਤਾਂ ਮਾਰੀ ਹੋਗੀ, ਅਦਰਵਾਈਜ਼ ਇੱਦਾਂ ਦੇ ਤਾਂ ਨਹੀਂ ਉਹਨਾਂ ਨੇ ਕੋਈ ਐਸਾ ਸਾਨੂੰ ਦੇਖਣ ਦਿੱਤਾ ਮੰਜ਼ਰ ਜਿੱਥੇ ਉਹਨਾਂ ਨੇ ਸਾਨੂੰ ਕੋਈ ਬਹੁਤ ਜ਼ਿਆਦਾ ਫਟਕਾਰ ਦਿੱਤੀ ਹੋਵੇ। ਬਟ ਮਜ਼ਾਕ ਦਾ ਤਾਂ ਭਾਜੀ ਅੰਤ ਨਹੀਂ ਸੀ। ਮਜ਼ਾਕ ਦਾ ਬਸ ਉਹੀ ਹੈ ਕਿ ਅਸੀਂ ਹਾਸੀ ਇਹਨਾਂ ਲਏ, ਸ਼ਾਇਦ ਕੋਟਾ ਪੂਰਾ ਹੋ ਗਿਆ। ਹੁਣ ਤਾਂ ਹੀ ਸੋਗ ਪਿਆ ਹੋਇਆ ਘਰ ਦੇ ਵਿੱਚ। ਇੱਕ ਵਾਰ ਕੋਈ ਗੱਲ ਵੀ ਉਹਨਾਂ ਨੇ ਦੱਸੀ ਸੀਗੀ ਕਿ ਛੋਟੇ ਹੁੰਦੇ ਤੁਸੀਂ ਦੁੱਧ ਮੰਗ ਰਹੇ ਸੀਗੇ, ਦੁੱਧ ਕਹਿੰਦੇ ਸਡਨਲੀ ਤੁਸੀਂ ਗਾਲ ਕੱਢਤੀ, ਔਰ ਉਹਨਾਂ ਮੈਂ ਗਾਲਾਂ ਕੱਢਦਾ ਹੁੰਦਾ, ਮੈਨੂੰ ਐਕਚੁਅਲੀ ਹੁੰਦਾ ਸੁਣ ਕੇ ਕਿਤੋਂ ਮਾੜਾ ਮੋਟਾ ਮੈਨੂੰ ਦੁੱਧ ਦੇ ਦਿਓ, ਮਤਲਬ ਗਾਲਾਂ ਸਿੱਖ ਜਾਂਦਾ ਨਾ ਬੱਚਾ, ਤੇ ਮਤਲਬ ਉਹ ਗਾਲਾਂ ਵੀ ਸਿੱਖ ਜਾਣੀਆਂ, ਉਹ ਵੀ ਉਹਨਾਂ ਨੇ ਕਿਊਟ ਲੱਗਣੀਆਂ। ਤੇ ਉਹ ਮਤਲਬ ਸਟੇਜਸ 'ਤੇ ਕਈ ਵਾਰੀ ਐਸੇ ਮਾਹੌਲ ਹੋਏ ਸੀ, ਮਤਲਬ ਪਤਾ ਹੀ ਤੁਹਾਨੂੰ ਸਾਰੀ ਸਟੋਰੀਜ਼ ਹੈ ਨਾ, ਕਿਹੜੀ ਇੰਟਰਵਿਊ 'ਚ ਕਿਹੜੀ ਸ਼ੇਅਰ ਨਹੀਂ ਕੀਤੀ। ਆਈ ਡੋਂਟ ਵਾਂਟ ਟੂ ਗੋ ਬੈਕ ਹਲੇ, ਹੈ ਨਾ, ਮਤਲਬ ਸਟਰੈਂਥ ਨਹੀਂ ਹੈਗੀ ਹਲੇ। ਸੋ ਅਲਾਪ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਫੈਮਿਲੀ ਨੂੰ ਕਿਸ ਤਰ੍ਹਾਂ ਹੁਣ ਤੁਸੀਂ ਸੰਭਾਲਣਾ, ਕਿਉਂਕਿ ਮੈਨੂੰ ਲੱਗਦਾ ਕਿ ਸਾਰੰਗ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਹੈ, ਚਾਹੇ ਤੁਸੀਂ ਛੋਟੇ ਹੋ। ਐਕਚੁਅਲੀ ਭਾਜੀ ਸਾਰੰਗ ਇਜ਼ ਅ ਵੈਰੀ ਇਮੋਸ਼ਨਲ ਬੀਇੰਗ, ਬਹੁਤ ਹੀ ਜ਼ਿਆਦਾ ਹਾਰਟ ਫੈਲਟ ਇਮੋਸ਼ਨਲ ਬੀਇੰਗ ਆ, ਐਂਡ ਉਹ ਸਟਰੋਂਗ ਹੈਗਾ, ਬਟ ਉਹ ਲਾਸਟ 8-10 ਦਿਨਾਂ 'ਚ ਮਿਲ ਵੀ ਨਹੀਂ ਸਕਿਆ ਡੈਡ ਨੂੰ। ਉਹਦਾ ਸਭ ਤੋਂ ਵੱਡਾ ਰਿਗਰੈਟ ਇਹ ਹੈ ਬਿਕਾਜ਼ ਉਹ ਖੁਦ ਵਿਚਾਰਾ ਇਨਫੈਕਸ਼ਨਸ ਥਰੂ ਜਾ ਰਿਹਾ ਸੀਗਾ, ਕਿਉਂਕਿ ਉਹਦੇ ਗਲੇ ਦੀ ਇਨਫੈਕਸ਼ਨ ਹੋ ਗਈ ਸੀ, ਟੌਂਸਿਲਾਈਟਸ ਹੋ ਗਿਆ ਸੀ ਭਾਜੀ। ਉਹ ਟਾਈਮ ਹੀ ਐਸਾ ਹੁੰਦਾ, ਠੰਡਾ ਗਰਮ ਖਾ ਹੋ ਜਾਂਦਾ। ਅਜਮੇਰ ਸ਼ਰੀਫ ਵੀ ਸ਼ਾਇਦ ਗਏ ਸੀਗੇ ਇੱਕਦਮ ਲਾਸਟ ਦਿਨ ਭਾਜੀ ਉਹਦਾ ਸੀਗਾ ਵੀ ਮੈਂ ਦੁਆ ਮੰਨਤ ਮੰਗ ਕੇ ਆਵਾਂ। ਕੀ ਪਤਾ ਭਾਜੀ ਉੱਥੇ ਮੱਥਾ ਟੇਕਿਆ ਹੋਵੇ, ਕੀ ਪਤਾ ਉਹਨਾਂ ਦੀ ਵੀ ਕੋਈ ਮਨਜ਼ੂਰੀ ਹੋਵੇ ਐਸੀ ਵੀ ਇਸ ਰੂਹ ਨੂੰ ਹਿਫਾਜ਼ਤ ਨਾਲ ਕਿਸੇ ਐਸੀ ਜਗ੍ਹਾ 'ਤੇ ਰੱਖੀਏ, ਹੈ ਨਾ। ਮਤਲਬ ਮੈਂ ਇਹ ਕਹਿਣਾ ਹੁੰਦਾ ਵੀ ਕਿਸੇ ਦੀ ਦੁਆ ਜ਼ਾਇਆ ਨਹੀਂ ਜਾਂਦੀ ਹੁੰਦੀ, ਜੇ ਦੁਆਵਾਂ ਸਭ ਨੇ ਕੀਤੀਆਂ ਉਹ ਕਿਤੇ ਨਾ ਕਿਤੇ ਜਾ ਕੇ ਲੱਗਣਗੀਆਂ ਜ਼ਰੂਰ। ਸੋ ਮੈਂ ਇਹਨੂੰ ਵੀ ਕਿਹਾ, ਮੈਂ ਕਿਹਾ ਇਹ ਨਾ ਸੋਚੀ ਕਿ ਮੈਂ ਉੱਥੇ ਗਿਆ ਅਤੇ ਤੂੰ ਅਕੀਦਾ ਤੋੜ ਦੇ ਕਿ ਮੈਂ ਉੱਥੇ ਗਿਆ ਅਤੇ ਮੈਨੂੰ ਮਿਲਿਆ ਨਹੀਂ ਜੋ ਮਿਲਣਾ ਸੀ। ਮੈਂ ਕਿਹਾ ਮੰਨਤ ਨਾ ਦੇਖਿਆ ਕਰ, ਤੂੰ ਇਹ ਦੇਖਿਆ ਕਰ ਕੌਣ ਬੰਦਾ ਕੀ ਡਿਜ਼ਰਵ ਕਰਦਾ। ਰਾਈਟ। ਸੋ ਆਈ ਐਮ ਹੋਪਿੰਗ ਕਿ ਜੋ ਉਹਨੇ ਦੁਆ ਕੀਤੀ ਆ ਉਹ ਕਿਤੇ ਨਾ ਕਿਤੇ ਜਾ ਕੇ ਹੈਲਪ ਕਰੇ। ਮੈਂ ਲਾਸਟ ਇੱਕ ਸਵਾਲ ਤੁਹਾਨੂੰ ਦੱਸਣਾ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ। ਪਹਿਲੀ ਵਾਰ ਮੈਂ ਦੇਖਿਆ ਹੋਵੇਗਾ ਕਿ ਬੱਬੂ ਮਾਨ ਜੋ ਇੰਨੇ ਅੜਬ ਨੇ, ਉਹਨਾਂ ਨੂੰ ਮੈਂ ਰੋਂਦੇ ਹੋਏ ਵੇਖਿਆ, ਔਰ ਮੈਨੂੰ ਇਹ ਵੀ ਪਤਾ ਕਿ ਉਹ ਬਾਬਾ ਕਹਿ ਕੇ ਸ਼ਾਇਦ ਸਰਦੂਲ ਸਾਹਿਬ ਨੂੰ ਬੁਲਾਉਂਦੇ ਸੀ। ਐਕਚੁਅਲੀ ਭਾਜੀ ਅੜਬ ਦੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਆਪਣੇ ਆਪ 'ਚ ਹਿੰਮਤ ਵਾਲਾ ਰਹਿੰਦੇ ਨੇ ਕਿ ਆਪ ਵਿੱਚ ਬਹੁਤ ਉਹੀ ਸ਼ੇਅਰ ਕਰਨਾ ਚਾਹੁੰਦਾ। ਅੜਬ ਦੀ ਗੱਲ ਦੱਸੀ ਕਿ ਕਿਤੇ ਨਾ ਕਿਤੇ ਸਮੇਂ ਦੇ ਮੁਤਾਬਿਕ ਇੱਕ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਕਿ ਜਿੱਥੇ ਤੁਹਾਨੂੰ ਉਹ ਬਲੰਟਨੈਸ ਆ ਜਾਂਦੀ ਹੈ, ਐਂਡ ਹੀ ਇਜ਼ ਬਿਨ ਵੈਰੀ ਬਲੰਟ। ਬਹੁਤ ਜ਼ਿਆਦਾ ਸਾਫ਼ ਐਂਡ ਟਰਾਂਸਪੇਰੈਂਟ ਰਹੇ ਹਰ ਕਿਸੇ ਨਾਲ, ਕਦੇ ਉਹਨਾਂ ਨੇ ਦੋ ਚਿੱਤੀ 'ਚ ਗੱਲ ਨਹੀਂ ਕੀਤੀ। ਤੇ ਉਹ ਜਿੰਨਾ ਬੰਦਾ ਸੱਚਾ ਪੱਕਾ ਹੁੰਦਾ ਨਾ ਭਾਜੀ, ਉਹਨਾਂ ਇਮੋਸ਼ਨਲ ਹੁੰਦਾ। ਤੇ ਕਾਫੀ ਤਾਰੀਫ ਵੀ ਕਰਦੇ ਸੀ ਸਭ। ਇਸ਼ਕ ਸੀ ਆਪਸ 'ਚ ਜੀ, ਇਸ਼ਕ ਸੀ ਆਪਸ 'ਚ। ਬਚਪਨ ਤੋਂ ਪਾਪਾ ਨੂੰ ਸੁਣਦੇ ਆ ਰਹੇ ਆ, ਪਿੰਡ ਨੇੜੇ ਸੀਗੇ, ਇੱਧਰ ਖੇੜੀ ਨੌਤ ਸਿੰਘ, ਉੱਧਰ ਖੰਟ, ਹੈ ਨਾ। ਤੇ ਮਤਲਬ ਨੇੜੇ ਪਿੰਡ ਹੋਣ ਕਰਕੇ ਜਿੱਥੇ ਕਿਤੇ ਇਹਨਾਂ ਦੇ ਖਾੜੇ ਚੱਲਦੇ ਹੁੰਦੇ ਸੀ ਇਹ ਸੁਣਨ ਜਾਂਦੇ ਸੀ। ਚਾਚਾ ਜੀ ਦੱਸਦੇ ਹੁੰਦੇ ਸੀ ਸਾਡੀ ਰਿਸ਼ਤੇਦਾਰੀ 'ਚ ਆਇਆ, ਮੈਨੂੰ ਬਹੁਤ ਗੱਲਾਂ ਕੀਤੀਆਂ ਮੇਰੇ ਕੋਲ ਬੈਠ ਕੇ। ਅਸੀਂ ਵੈਸੇ ਵੀ ਬਹੁਤ ਗੱਲਾਂ ਕਰਦੇ ਰਹਿੰਦੇ ਸੀ ਜਦੋਂ ਵੀ ਕਦੇ ਮਿਲਦੇ ਸੀ, ਆ ਮੇਰੀ ਫੋਨ 'ਤੇ ਚਾਚਾ ਜੀ ਨਾਲ ਗੱਲ ਹੋਣੀ ਆ, ਪਾਪਾ ਦੀ ਹੋਣੀ। ਇਹਨਾਂ ਦੀ ਤਾਂ ਮੈਂ 4-4 5-5 ਘੰਟੇ ਦੇ ਕਨਵਰਸੇਸ਼ਨ ਦੇ ਮੇਰੇ ਕੋਲ ਸਕਰੀਨਸ਼ਾਟ ਪਏ ਆ ਇਹਨਾਂ ਦੀ ਕਾਲਸ ਦੇ। ਗੱਲਾਂ ਚੱਲਦੀਆਂ ਰਹਿੰਦੀ ਸੀ, ਪਤਾ ਹੀ ਨਹੀਂ ਕਿਹੜੀਆਂ। ਉਧਰੋਂ ਕਿਤੇ ਇੱਧਰ ਗੱਲ ਕਰਕੇ ਇਹਨਾਂ ਨੇ ਰੋ ਪੈਣਾ, ਉਧਰੋਂ ਗੱਲ ਕਰਕੇ ਉਹਨਾਂ ਨੇ ਰੋ ਪੈਣਾ, ਮਤਲਬ ਬੜੇ। ਅੱਛਾ, ਬੱਬੂ ਮਾਨ ਤੇ ਸਰਦੂਲ ਸਾਹਿਬ ਖੁਦ ਆਪਸ 'ਚ ਬਹੁਤ ਇਮੋਸ਼ਨਲੀ ਅਟੈਚਡ ਸੀਗੇ ਨਾ। ਬਾਬਾ ਵੀ ਕਹਿ ਕੇ ਬੁਲਾਉਂਦੇ ਸੀਗੇ ਉਹ ਭਾਜੀ, ਬਹੁਤ ਕੁਝ ਕਹਿੰਦੇ ਸੀ। ਉਹ ਆਪਣਾ ਪਿਓ ਵੀ ਮੰਨਦੇ ਸੀ, ਆਪਣਾ ਮਤਲਬ ਬਾਬਾ ਵੀ ਕਹਿੰਦੇ ਸੀ, ਆਪਣਾ ਯਾਰ ਵੀ ਮੰਨਦੇ ਸੀ, ਮੈਂਟੋਰ ਵੀ, ਗੁਰੂ ਵੀ, ਬਹੁਤ ਕੁਝ ਉਹ ਅੱਜ ਵੀ ਮੰਨਦੇ ਨੇ ਭਾਜੀ। ਤੇ ਉਹਨਾਂ ਦਾ ਜੋ ਹੱਕ ਸੀ ਉਹ ਕਹਿੰਦੇ ਰਹੇ, ਤੇ ਉਹ ਜੇ ਬਾਬਾ ਕਹਿੰਦੇ ਸੀ ਉਹ ਕਿਸੇ ਹੱਕ ਨਾਲ ਕਹਿੰਦੇ ਹੋਣੇ, ਉਹਨਾਂ ਦੇ ਦਿਲ 'ਚ ਕੋਈ ਫੀਲਿੰਗ ਹੋਣੀ। ਸੋ ਸਾਰੇ ਆਰਟਿਸਟ ਭਾਜੀ ਇਕੱਲੇ ਉਹ ਨਹੀਂ। ਹਰਭਜਨ ਚਾਚਾ ਜੀ ਉਸ ਮੌਕੇ 'ਤੇ ਇੰਨਾ ਜ਼ਿਆਦਾ ਉਹਨਾਂ ਦਾ ਮੂਡ ਖਰਾਬ,
ਇੱਕ ਦੂਸਰੇ ਨੂੰ ਬੱਬੂ ਚਾਚਾ ਜੀ, ਹਰਭਜਨ ਚਾਚਾ ਜੀ, ਉਹੀ ਦੇਖੋ ਆਹ ਗੱਲ ਉਹੀ ਆ ਗਈ ਕਿ ਹੁਣ ਮੈਨੂੰ ਚਾਚਾ ਕਹਿਣਾ ਪਾਪਾ ਨੇ ਸਿਖਾਇਆ। ਕਹਿੰਦੇ ਤੇਰੇ ਅੰਕਲ ਨਹੀਂ ਗਏ, ਇਹ ਮੇਰੇ ਸਕੇ ਭਰਾਵਾਂ ਨਾਲੋਂ ਵੱਧ ਨੇ, ਚਾਹੇ ਉਹ ਜੱਸੀ ਚਾਚਾ ਜੀ ਨੇ, ਚਾਹੇ ਉਹ ਜੈਜ਼ੀ ਚਾਚਾ ਜੀ ਨੇ, ਚਾਹੇ ਮੀਕਾ ਚਾਚਾ, ਦਲੇਰ ਤਾਇਆ ਜੀ, ਗੁਰਦਾਸ ਤਾਊ ਜੀ, ਹੰਸ ਤਾਊ ਜੀ, ਬੱਬੂ ਚਾਚਾ ਜੀ, ਹਰਭਜਨ ਚਾਚਾ, ਜਿੰਨੇ ਵੀ ਇੰਡਸਟਰੀ 'ਚ ਮੈਂ ਕਿਸੇ ਦਾ ਨਾਮ ਵੀ ਨਹੀਂ ਜੇ ਲੈ ਪਾ ਰਿਹਾ, ਗਲਤੀ ਹੈ ਮੇਰੀ। ਚਲੋ ਮੈਂ ਨਾਮ ਨਾਲ ਸ਼ੁਰੂਆਤ ਕੀਤੀ ਕਿਉਂਕਿ ਇਹ ਤਾਂ ਖਤਮ ਹੀ ਨਹੀਂ ਹੋ ਸਕਦੀ, ਇੰਨੀਆਂ ਰਿਸ਼ਤੇਦਾਰੀਆਂ ਪਾਪਾ ਦੀਆਂ, ਇੰਨੀਆਂ ਗੂੜੀਆਂ ਰਿਸ਼ਤੇਦਾਰੀਆਂ ਪੂਰੀ ਇੰਡਸਟਰੀ ਦੇ ਵਿੱਚ। ਜਿਹਦਾ ਮੈਨੂੰ ਨਾਮ ਚੇਤੇ ਆਉਂਦਾ ਭਾਜੀ, ਜਿਹਦਾ ਨਹੀਂ ਵੀ ਚੇਤੇ ਆਉਂਦਾ, ਉਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਦੁੱਖ ਹੈ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਟਾਈਮ ਸਪੈਂਡ ਕੀਤਾ, ਮੇਰੇ ਨਾਲੋਂ ਜ਼ਿਆਦਾ ਹੱਕ ਆ। ਸੋ ਜੇ ਬੱਬੂ ਚਾਚਾ ਜੀ ਕੋਨੇ 'ਚ ਖੜ ਕੇ ਰੋ ਰਹੇ ਸੀਗੇ ਬੱਚਿਆਂ ਵਾਂਗੂ, ਮਤਲਬ ਕੁਝ ਵੀ ਸੀਗਾ, ਜਿੰਨਾ ਵੀ ਉਹ ਰੋ ਰਿਹਾ, ਜਿੰਨਾ ਹੰਝੂ ਕਿਸੇ ਨੇ ਬਹਾਏ, ਜਿੰਨਾ ਕਿਸੇ ਨੇ ਸੋਗ ਦਾ ਪ੍ਰਗਟਾਵਾ ਕੀਤਾ, ਉਹ ਭਾਜੀ ਇਸੇ ਕਰਕੇ ਸੀਗਾ ਕਿਉਂਕਿ ਉਹਨਾਂ ਦਾ ਸਭ ਦਾ ਪਾਪਾ ਉੱਤੇ ਮੇਰੇ ਨਾਲੋਂ ਜ਼ਿਆਦਾ ਹੱਕ ਸੀਗਾ। ਆਖਰੀ ਸ਼ਬਦ ਕੀ ਰਹੇ ਨੇ ਸਰਦੂਲ ਸਾਹਿਬ ਦੇ ਤੁਹਾਡੇ ਨਾਲ? ਮੇਰੇ ਨਾਲ ਭਾਜੀ ਇਹੀ ਸੀ, ਆਈ ਹਗਡ ਹਿਮ। ਮੈਂ ਦੱਸਿਆ ਵੀ ਕਈ ਵਾਰੀ, ਹੁਣ ਦੱਸ ਚੁੱਕਿਆ ਇਸ ਸੀਰੀਜ਼, ਕਿਉਂਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਔਨ ਅ ਪੋਜ਼ਿਟਿਵ ਨੋਟ ਦੈਟ ਹੀ ਵੈਂਟ ਇਨ ਪੀਸ, ਪਤਾ ਹੋਵੇ ਸਭ ਨੂੰ। ਤੇ ਆਈ ਹਗਡ ਹਿਮ, ਆਈ ਟੋਲਡ ਹਿਮ, ਮੈਂ ਕਿ ਡੈਡ ਰਿਮੈਂਬਰ ਆਈ ਲਵ ਯੂ। ਤੁਸੀਂ ਬਿਲਕੁਲ ਐਨ ਜਜ਼ਬਾ ਰੱਖਣਾ, ਆਪਾਂ ਬਹੁਤ ਮਿਹਨਤ ਕੀਤੀ ਹੈ ਇਸ ਚੀਜ਼ 'ਤੇ, ਠੀਕ ਠਾਕ ਹੋਣਾ, ਆਈ ਲਵ ਯੂ। ਤੇ ਮੈਨੂੰ ਉਹਨਾਂ ਨੇ ਕਿਹਾ ਆਈ ਲਵ ਯੂ ਟੂ ਬੇਟਾ, ਐਂਡ ਦੈਟਸ ਸੈਡਲੀ ਮਾਈ ਲਾਸਟ ਵਰਡਸ ਵਿਦ ਹਿਮ। ਬਸ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਰਸਮਾਂ, ਜਿਹੜੀਆਂ ਆਈ ਥਿੰਕ 7 ਤਰੀਕ ਤੋਂ ਵੀ ਇੱਕ ਰਸਮ ਹੈਗੀ, 7 ਤਰੀਕ ਨੂੰ ਜਿਹੜਾ ਉਹਨਾਂ ਦਾ ਜਿਹੜਾ ਪਾਠ ਦਾ ਭੋਗ, ਅਖੰਡ ਪਾਠ ਸਾਹਿਬ ਦਾ ਭੋਗ, ਜਿਹੜਾ ਉਹਨਾਂ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਉਹਨਾਂ ਨੂੰ ਜਿਨ੍ਹਾਂ ਨੇ ਉੱਥੇ ਭੇਂਟ ਕਰਨੀ ਆ, ਜੋ ਜਿਨ੍ਹਾਂ ਨੇ ਆ ਕੇ ਦੁਆ ਕਰਨੀ ਆ ਉੱਥੇ ਇਕੱਠੇ ਖੜ ਕੇ, ਸਾਡੇ ਨਾਲ ਸਾਰਿਆਂ ਨੇ ਜੁੜ ਕੇ ਇੱਕ ਵਾਰੀ ਉਹਨਾਂ ਦੀ, ਕਿਉਂਕਿ ਅਰਦਾਸਾਂ ਨਹੀਂ ਬੰਦ ਹੁੰਦੀਆਂ, ਅਤੇ ਉਹ ਮਤਲਬ ਜਿਹੜੀ ਇੱਕ ਵਾਰੀ ਮੈਕਰੋ ਲੈਵਲ 'ਤੇ ਸਭ ਨੇ ਇਕੱਠੇ ਹੋ ਕੇ ਅੰਤਿਮ ਅਰਦਾਸ ਬੈਠ ਕੇ ਕਰਨੀ ਉਹਨਾਂ ਵਾਸਤੇ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਹੁਣ ਇਹ ਅਰਦਾਸਾਂ ਨਾ ਕਰਨੀਆਂ ਪੈਣ ਕਿ ਆਪਣੇ ਕੋਲ ਉਹਨਾਂ ਨੂੰ ਰੱਖ। ਇਹ ਸਾਡੀ ਅੰਤਿਮ ਅਰਦਾਸ ਹੈ ਕਿ ਤੂੰ ਬੁਲਾ ਤੇ ਆਪਣੇ ਕੋਲ ਰੱਖ ਉਹਨਾਂ ਨੂੰ। ਸਵਾ ਮਹੀਨੇ 41ਵੇਂ ਦਿਨ ਫਿਰ ਹਾਂਜੀ ਭਾਜੀ, ਫਿਰ ਉਹ 20ਵੇਂ ਦੀ ਵੀ ਰਸਮ ਹੁੰਦੀ ਹੈ, ਫਿਰ ਸਵਾ ਮਹੀਨੇ ਦੀ ਵੀ ਰਸਮ ਹੁੰਦੀ ਹੈ। ਜਿਵੇਂ ਵੀ ਸਾਡੇ ਵੱਡੇ ਸਾਨੂੰ ਰਸਮਾਂ ਦੱਸਦੇ ਰਹਿਣਗੇ, ਮੇਰੇ ਮਾਮਾ ਜੀ, ਮੇਰੇ ਚਾਚਾ ਜੀ, ਮੇਰੇ ਤਾਇਆ ਜੀ ਦੇ ਬੱਚੇ, ਜੋ ਸਾਰੇ ਦੱਸਦੇ ਰਹਿਣਗੇ ਰਸਮਾਂ, ਉਸ ਹਿਸਾਬ ਨਾਲ ਸਭ ਦੀ ਸਲਾਹ ਕਰਕੇ ਵੱਡਿਆਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਉਹਨਾਂ ਦੇ ਮਤਲਬ ਖਲਕ ਨਾ ਆਵੇ ਕਿਸੇ ਵੀ ਪ੍ਰੋਸੈਸ ਦੇ ਵਿੱਚ। ਸੋ ਜਿੰਨੀਆਂ ਸੰਗਤਾਂ ਨੇ ਅਰਦਾਸ ਕਰਨੀ, ਉਹਨਾਂ ਦੇ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਤਾਂ ਅਰਦਾਸ ਕਰ ਹੀ ਰਹੇ ਹੋ, ਬਟ ਜਿਵੇਂ ਮੈਂ ਦੱਸਿਆ ਵੀ ਜਿੱਥੇ ਖੰਨਾ ਸ਼ਹਿਰ ਦੇ ਵਿੱਚ ਦਾਣਾ ਮੰਡੀ ਨੂੰ 12 ਤੋਂ 2 7 ਮਾਰਚ ਸੰਡੇ ਨੂੰ ਉਹਨਾਂ ਦਾ ਜਿਹੜਾ ਅਖੰਡ ਪਾਠ ਸਾਹਿਬ ਦਾ ਭੋਗ ਰੱਖਿਆ ਗਿਆ, ਅਤੇ ਜਿਨ੍ਹਾਂ ਦਾ ਵੀ ਜਿੱਦਾਂ ਵੀ ਦਿਲ ਕਰੇ, ਜਿੱਥੇ ਬੈਠਿਆਂ ਦਾ ਦਿਲ ਕਰੇ, ਉੱਥੇ ਸਾਰੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਦੈਨਿਕ ਸਵੇਰਾ ਦਾ ਇਹੀ ਚਾਹੁੰਦਾ ਕਿ ਤੁਸੀਂ ਹਿੰਮਤ ਰੱਖੋ ਔਰ ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਹਿੰਮਤ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਫॉर ਦੈਨਿਕ ਸਵੇਰਾ ਟੂ ਦੈਨਿਕ ਸਵੇਰਾ, ਬਿਕਾਜ਼ ਦੈਨਿਕ ਸਵੇਰਾ ਕੋਈ ਪ੍ਰੋਫੈਸ਼ਨਲ ਚੈਨਲ ਨਹੀਂ ਗਾ ਸਾਡੇ ਲਈ, ਸਾਡੇ ਪਰਿਵਾਰ ਦਾ ਚੈਨਲ ਹੈ। ਤੁਹਾਨੂੰ ਪਤਾ ਹੀ ਹੈ ਸਾਡੇ ਕੀ ਰਿਲੇਸ਼ਨਸ਼ਿਪਸ ਨੇ ਸਭ ਨਾਲ, ਚਾਹੇ ਅਭਿਸ਼ੇਕ ਭਾਜੀ ਹੋਣ, ਚਾਹੇ ਕੋਈ ਹੋਵੇ, ਫੈਮਿਲੀ ਦੇ ਵਿੱਚ ਨੇ ਸਾਡੇ ਸਾਰੇ, ਦੇ ਆਰ ਆਲ ਮਾਈ ਫੈਮਿਲੀ ਮੈਂਬਰਸ। ਉਹ ਮੈਨੂੰ ਪਤਾ ਮੇਰੇ ਨਾਲ ਖੜੇ ਆ, ਐਂਡ ਇਸ ਚੀਜ਼ ਦਾ ਹੌਸਲਾ ਬਹੁਤ ਹੈ। ਹਾਂ, ਦੁੱਖ ਜ਼ਰੂਰ ਹੈ ਕਿ ਆਈ ਵੋਂਟ ਬੀ ਏਬਲ ਟੂ ਸੀ ਡੈਟ ਫਿਜ਼ੀਕਲੀ, ਬਟ ਇੱਕ ਚੀਜ਼ ਦਾ ਹੌਸਲਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਇੰਨਾ ਕੁਝ ਦਿਖਾ ਗਏ, ਫਿਰ ਵੀ ਜਾਂਦੇ ਹੋਏ ਵੀ ਕਿੰਨਾ ਕੁਝ ਦਿਖਾ ਗਏ। ਸੋ ਤੁਹਾਡੇ ਨਾਲ ਖੜਿਆਂ ਦਾ ਹੌਸਲਾ ਬਹੁਤ ਹੈ, ਸੋ ਉਹਦੇ ਲਈ ਆਈ ਐਮ ਰੀਅਲੀ ਥੈਂਕਫੁਲ ਟੂ ਯੂ ਗਾਇਸ। ਥੈਂਕ ਯੂ, ਧੰਨਵਾਦ। ਥੈਂਕ ਯੂ ਭਾਜੀ। ਸੋ ਇਹ ਤੇ ਸੀ ਸਾਡੇ ਨਾਲ ਆਲਾਪ ਸਿਕੰਦਰ, ਜਿਨ੍ਹਾਂ ਨੇ ਹਰ ਇੱਕ ਗੱਲ ਦੱਸੀ ਹੈ ਜੀ ਸਰਦੂਲ ਸਿਕੰਦਰ ਸਾਹਿਬ ਦੇ ਬਾਰੇ। ਆਖਰੀ ਲਮਹੇ ਕਿਵੇਂ ਦੇ ਸੀਗੇ, ਜ਼ਿੰਦਾ ਦਿਲੀ ਦੀ ਮਿਸਾਲ ਕਿਵੇਂ ਦੇ ਸੀਗੇ, ਬੱਬੂ ਮਾਨ ਦੇ ਨਾਲ ਕੀ ਰਿਸ਼ਤਾ ਸੀਗਾ, ਔਰ ਹੁਣ ਘਰ ਦੇ ਵਿੱਚ ਅੱਗੇ ਕਿਸ ਤਰੀਕੇ ਦੇ ਨਾਲ ਚੱਲਣਾ ਹੈ, ਸਭ ਕੁਝ ਅਸੀਂ ਤੁਹਾਨੂੰ ਦਿਖਾਇਆ। ਫਿਲਹਾਲ ਕੈਮਰਾ ਪਰਸਨ ਪਵਨ ਦੇ ਨਾਲ ਮੀਤ ਸ਼ਰਮਾ, ਦੈਨਿਕ ਸਵੇਰਾ ਟੀਵੀ, ਖੰਨਾ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। बाबा सुल्तान बंगाली 21 बार गोल्ड मेडलिस्ट। सारियां थावां तो निराश ते मायूस होने वाली एक बार फोन जरूर करो, जिवें चाहोगे उवें होएगा। इट्स माय प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल। 101% दी गारंटी, अस्टाम पेपर ते लिख के। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोड़ी वशीकरण करवाओ जा तुड़वाओ।
ਗੁੱਸੇ ਨੂੰ ਮਨਾਉਣਾ। ਫੋਨ 9560392450 9560392451। ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 9878 04580 85588 38617।